ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਾਂਜੀ ਵੀਰ ਜੀ ਕਰੀਏ ਸ਼ੁਰੂ ਜੀ। ਹਾਂਜੀ ਸਰ ਹਾਂਜੀ, ਟਾਈਮ ਹੋ ਗਿਆ। ਹਾਂਜੀ, ਹਾਂਜੀ। ਸਾਧ ਸੰਗਤ ਜੀ ਤੁਸੀਂ ਮਾਈਕ ਬੰਦ ਕਰ ਦਿਓ। ਹਾਂ ਹਾਂਜੀ ਅੰਗ ਹੈ ਜੀ 514 ਸ਼ਲੋਕ ਮਹੱਲਾ ਤੀਜਾ ਵਾਹੋ ਹਾਂਜੀ 514 ਨਹੀਂ 516 ਨਹੀਂ ਇੱਥੋਂ ਨਹੀਂ ਸੀ ਵਾਹੋ ਵਾਹੋ ਕਰਤੇ ਆ ਰੈਣ ਸੁਖ ਵਿਹਾਏ। ਨਹੀਂ 516 ਜਾਂ 514 ਵੀਰ ਜੀ। ਹਾਂ 14 ਹੀ ਹੈ ਜੀ। ਹਾਂ ਮੈਂ ਸਪੈਸ਼ਲੀ ਦੇਖਿਆ ਜੀ ਸਪੈਸ਼ਲੀ। ਹਾਂਜੀ ਹਾਂਜੀ 14 ਹੀ ਹੈ ਜੀ ਇੱਥੇ ਹੀ ਹੈ। 14 ਹੀ ਹੋਣਾ ਵਾ ਤੁਹਾਡਾ। ਫਿਰ ਉਹ ਨਾ ਕਈਆਂ ਦੇ ਹੁੰਦੇ ਆ ਉਹ ਸੌਫਟਵੇਅਰ ਦੇ ਹਿਸਾਬ ਨਾਲ ਅੱਗੇ ਜੀ। ਇਹ 14 ਦੀ ਕੱਲ ਇੱਥੋਂ ਹੀ ਚੱਲੀ ਸੀ ਆਪਣੀ ਹਾਂਜੀ ਬਾਣੀ। ਹਾਂਜੀ ਹਾਂ ਇੱਥੇ ਰੁਕੇਗੀ ਹੁਣ। ਇੱਥੋਂ ਮਤਲਬ ਨਵੀਂ ਸ਼ੁਰੂ ਹੋਣਾ ਸ਼ਲੋਕ ਮਹੱਲਾ ਤੀਜਾ ਵਾਹੋ ਵਾਹੋ ਕਰਤਿਆਂ ਰੈਣ ਸੁਖ ਵਿਹਾਏ। ਇੱਕ ਮਿੰਟ ਜੀ ਮੈਂ ਇੱਕ ਮਿੰਟ ਐਡਮਿਟ ਕਰ ਲਾਂ ਜੀ। ਇੱਕ ਮਿੰਟ ਮੈਨੂੰ ਨਿੱਜਰ ਸਾਹਿਬ ਧੰਨ ਨੇ ਜੀ ਉਹ ਪਤਾ ਨਹੀਂ ਕਿੱਦਾਂ ਕਰਦੇ ਆ ਮੈਨੇਜ। ਨਿੱਜਰ ਸਾਹਿਬ ਪੂਰੇ ਐਕਸਪਰਟ ਹੋ ਚੁੱਕੇ। ਹਾਂਜੀ 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 ਇੱਕ ਮਿੰਟ ਜੀ ਵਿੱਚ ਨਾ ਉਹ ਲੈਣਾ ਪੈਣਾ ਮੈਨੂੰ। ਇੱਕ ਮਿੰਟ ਐਡਮਿਟ ਕਰ ਲਾਂ ਮੈਂ 2 ਮਿੰਟ। ਹਾਂਜੀ ਵਾਹੋ ਵਾਹੋ ਕਰਤਿਆਂ ਰੈਣ ਸੁਖ ਵਿਹਾਏ ਵਾਹੋ ਵਾਹੋ ਕਰਤਿਆਂ ਸਦਾ ਆਨੰਦ ਹੋਵੇ ਮੇਰੀ ਮਾਏ। ਉਹ ਕਹਿੰਦੇ ਜੀ ਪ੍ਰਭੂ ਦੀ ਸਿਫਤ ਸਲਾਹ ਵਾਹ ਵਾਹੋ ਦਾ ਮਤਲਬ ਵਾਹਿਗੁਰੂ ਵਾਹਿਗੁਰੂ ਕੱਲਾ ਨਹੀਂ ਆ ਸਕਦਾ। ਉਹ ਕਹਿੰਦੇ ਵੀ ਉਹਦੀ ਮਾਲਕ ਦੀ ਸਿਫਤ ਸਲਾਹ ਕਰਦੇ ਆ। ਇਹ ਜਿਹੜੀ ਮੇਰੀ ਜ਼ਿੰਦਗੀ ਦੀ ਰਾਤ ਹੈ ਇਹ ਲੰਘ ਰਹੀ ਹੈ ਵਾਹਿਗੁਰੂ ਵਾਹਿਗੁਰੂ ਕਰਦੇ ਆ। ਤੇ ਉਹ ਕਹਿੰਦੇ ਇਹਦੇ ਨਾਲ ਹੀ ਫਿਰ ਮੇਰੀ ਮਾਤਾ ਮੈਨੂੰ ਇਹਦੇ ਨਾਲ ਹੀ ਇਹ ਸਦਾ ਆਨੰਦ ਬਣਿਆ ਰਹਿੰਦਾ। ਜਦੋਂ ਮੇਰੀ ਇਸ ਤਰ੍ਹਾਂ ਗੁਜ਼ਰ ਰਹੀ ਹੈ ਉਹਦੀ ਸਿਫਤ ਸਲਾਹ ਦੇ ਵਿੱਚ ਇਹਦੇ ਨਾਲ ਹੀ ਮੇਰਾ ਆਨੰਦ ਜਿਹੜਾ ਵੱਜਿਆ ਹੋਇਆ ਹੈ। ਤੇ ਇਸ ਤੋਂ ਅੱਗੇ ਕਹਿੰਦੇ ਜੀ ਵਾਹੋ ਵਾਹੋ ਕਰਤੇ ਆ ਹਰ ਸਿਉ ਲਿਵ ਲਾਏ। ਤੇ ਉਹ ਹੁੰਦਾ ਕੀ ਹੈ ਜੀ ਕਹਿੰਦੇ ਫਿਰ ਮੇਰੀ ਲਿਵ ਲੱਗੀ ਰਹਿੰਦੀ ਹੈ। ਉਹ ਕਹਿੰਦੇ ਵਾਹੋ ਵਾਹੋ ਕਰਤੇ ਆ ਪਰਮਾਤਮਾ ਹਰੀ ਦੇ ਨਾਲ ਮੇਰੀ ਲਿਵ ਲੱਗੀ ਰਹਿੰਦੀ ਹੈ। ਤੇ ਵਾਹੋ ਵਾਹੋ ਕਰਮੀ ਬੋਲੇ ਬੁਲਾਏ। ਤੇ ਉਹ ਵਾਹੋ ਵਾਹੋ ਕਰਮੀ ਉਹ ਕਹਿੰਦੇ ਜਿਹਦੇ ਕਰਮ ਹੈਗੇ ਆ ਜਿਹਨੇ ਭਾਗ ਬਣਾਏ ਹੈ ਜਾਂ ਪਿੱਛੋਂ ਕੁਛ ਹੈਗੇ ਆ ਜਾਂ ਹੁਣ ਕਰ ਰਹੇ ਆ ਜਿਹੜੇ ਇਹ ਵੀ ਭਾਗ ਬਣਾ ਰਹੇ ਆ ਇਹ ਕਰਮ ਬਣ ਰਹੇ ਨੇ। ਤੇ ਉਹ ਫਿਰ ਉਹਦੀ ਪਰਮਾਤਮਾ ਦੀ ਬਾਣੀ ਨੂੰ ਉਚਾਰਨ ਕਰਦਾ ਰਹਿੰਦਾ ਵੀਰ ਜੀ। ਤੇ ਅੱਗੇ ਕਹਿੰਦੇ ਜੀ ਇੱਕ ਮਿੰਟ ਮੈਂ ਕੰਪਲੀਟ ਕਰ ਲਾਂ। ਵਾਹੋ ਵਾਹੋ ਕਰਤੇ ਆ ਸੋਭਾ ਪਾਏ। ਤੇ ਉਹ ਫਿਰ ਉਹਦੇ ਨਾਲ ਕੀ ਹੁੰਦਾ ਸਿਫਤ ਸਲਾਹ ਕਰਦਿਆਂ ਉਹ ਪਤਾ ਨਹੀਂ ਲੱਗਦਾ ਉਹਦੀ ਸ਼ੋਭਾ ਹੋਣੀ ਸ਼ੁਰੂ ਹੋ ਜਾਂਦੀ ਹੈ। ਤੇ ਉਹ ਕਹਿੰਦੇ ਫਿਰ ਉਹਦੀ ਪਰਮਾਤਮਾ ਨਾਨਕ ਵਾਹੋ ਵਾਹੋ ਸੱਤ ਰਜਾਏ। ਉਹ ਕਹਿੰਦੇ ਇਹ ਸਿਫਤ ਸਲਾਹ ਜਿਹੜੀ ਹੈ ਨਾ ਪਰਮਾਤਮਾ ਦੀ ਉਹ ਕਹਿੰਦੇ ਮੈਨੂੰ ਉਹਦੀ ਰਜਾ ਦੇ ਵਿੱਚ ਉਹਦੇ ਹੁਕਮ ਦੇ ਵਿੱਚ ਉਹ ਜੋੜੀ ਰੱਖਦੀ ਹੈ ਜੀ ਵੀਰ ਜੀ। ਠੀਕ ਹੈ ਜੀ। ਸਾਧ ਸੰਗਤ ਜੀ ਦੇਖੋ ਇੱਥੇ ਕੱਲ ਦੀ ਜੋ ਵਿਚਾਰ ਕਿਰਪਾਲ ਜੀ ਆਪ ਮਾਈਕ ਬੰਦ ਕਰ ਦਿਓ। ਤੁਹਾਡਾ ਮਾਈਕ ਔਨ ਨਹੀਂ ਕਰ ਦੇਣਾ ਸ਼ਾਇਦ। ਹਾਂ ਕਰਤਾ। ਦੇਖੋ ਕੱਲ ਜਿਹੜੀ ਵਿਚਾਰ ਚੱਲੀ ਸੀ ਕੱਲ ਫਿਰ ਕਹਿ ਰਹੇ ਕਿ ਜਿਹੜਾ ਬੱਜਰ ਕਪਾਟ ਆ ਕਾਇਆ ਗੜ ਈਤਰ ਊੜ ਕੁਸੁੱਤ ਅਭਿਮਾਨੀ। ਬੱਜਰ ਕਪਾਟ ਕੀ ਹੈ ਕਿ ਜੋ ਧਰਮ ਦੇ ਖਿਲਾਫ ਹੈ ਜੋ ਵਿਧੀ ਵਿਧਾਨਤ ਦੇ ਖਿਲਾਫ ਜੋ ਮਾਇਆ ਦਾ ਸੋਰਸ ਹੈ ਜਿਸ ਦੇ ਨਾਲ ਜੀਵ ਨੂੰ ਬੰਨ੍ਹ ਕੇ ਰੱਖਿਆ ਜਾ ਸਕਦਾ ਹੈ। ਕਹਿੰਦੇ ਜੇਕਰ ਅਸੀਂ ਉਹਨਾਂ ਨੂੰ ਖੋਲਣਾ ਚਾਹੁੰਦੇ ਹਾਂ ਤੇ ਸਾਨੂੰ ਉਹ ਜਿਹੜੇ ਕੰਮ ਆ ਜੋ ਸਾਡੀਆਂ ਚੀਜ਼ਾਂ ਨੇ ਉਹਨਾਂ ਨੂੰ ਬੰਦ ਕਰਨਾ ਚਾਹੀਦਾ ਹੈ। ਉਹ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ। ਜੇਕਰ ਜੀਵ ਇਹਦੇ ਵਿੱਚ ਭਟਕ ਰਿਹਾ ਹੈ ਤੇ ਬੱਜਰ ਕਪਾਟ ਕੀ ਹੋਣਗੇ ਮਜ਼ਬੂਤ ਹੋ ਜਾਣਗੇ। ਜਿੰਨਾ ਜ਼ਿਆਦਾ ਦਰਵਾਜ਼ਾ ਮਜ਼ਬੂਤ ਓਨਾ ਜ਼ਿਆਦਾ ਤੁਸੀਂ ਆਤਮਾ ਤੱਤ ਤੋਂ ਦੂਰ। ਇੱਕ ਚੀਜ਼ ਨੂੰ ਆਪ ਪਹਿਲਾਂ ਸਮਝੋ ਆਤਮਾ ਤੇ ਪਰਮਾਤਮਾ ਦੇ ਵਿੱਚ ਕੀ ਫਰਕ ਹੈ। ਜਿੱਥੇ ਜੀਵ ਹੈਗਾ ਹੈ ਉੱਥੇ ਆਤਮਾ ਹੈ। ਜਿੱਥੇ ਜੀਵਨ ਹੈ ਤੇ ਉੱਥੇ ਆਤਮਾ ਹੈਗੀ ਆ। ਪਰਮਾਤਮਾ ਦਾ ਮਤਲਬ ਭਾਵੇਂ ਜੀਵਨ ਹੋਵੇ ਭਾਵੇਂ ਜੀਵਨ ਨਾ ਹੋਵੇ ਪਰਮ ਆਤਮਾ ਉਹ ਇੱਕ ਸਰਵ ਵਿਆਪਕ ਸ਼ਕਤੀ ਹੈ। ਉਹ ਮਤਲਬ ਚੂਜ਼ ਨਹੀਂ ਕਰ ਸਕਦੀ ਕਿਉਂਕਿ ਉਹਦੇ ਅੰਦਰ ਹੀ ਹੈ ਸਾਰਾ ਕੁਝ। ਇਸ ਕਰਕੇ ਪਰਮਾਤਮਾ ਜਿਹੜਾ ਹੈ ਨਾ ਨਾਰਮਲੀ ਜਿਹੜਾ ਸੱਚ ਚਿੱਤ ਆਨੰਦ ਆ ਪਰਮਾਤਮਾ ਇੱਕ ਆਨੰਦ ਸਰੂਪ ਆ। ਆਨੰਦ ਸਰੂਪ ਕੀ ਉਹ ਹੈ ਹੀ ਆਨੰਦ ਆ। ਉੱਥੇ ਜਦੋਂ ਆਪਾਂ ਚੱਲ ਜਾਂਦੇ ਆ ਨਾ ਜਦੋਂ ਵੇਖੋ ਜਿੱਦਾਂ
ਜਿੱਦਾਂ ਟਾਂਗੇ ਦਾ ਜਾਂ ਕਾਰ ਦਾ ਜਿਹੜਾ ਉਹਦਾ ਤੁਰਾ ਹੈ, ਉਹ ਆਨੰਦ ਸਰੂਪ ਹੀ ਆ। ਉਹ ਕਿਹੜਾ ਮੂਵਮੈਂਟ ਕਰਦਾ ਹੈ, ਉਹ ਤੇ ਖਲੋਤਾ ਹੈ। ਉਹਦੇ ਲਾਗੇ ਐਕਟੀਵਿਟੀ ਹੋ ਰਹੀ ਹੈ। ਜਿੱਥੇ ਵੀ ਐਕਟੀਵਿਟੀ ਹੈ ਉੱਥੇ ਰੈਸਟ ਚਾਹੀਦੀ ਹੈ। ਪਰ ਪਰਮਾਤਮਾ ਆਪ ਰੈਸਟ ਅਵਸਥਾ 'ਚ ਹੀ ਹੈ, ਸਹਿਜ ਅਵਸਥਾ 'ਚ ਬੈਠਾ ਹੈ, ਉਹ ਨਹੀਂ ਗਤੀ ਕਰਦਾ। ਸੋ ਪਰਮਾਤਮਾ ਜਿਹੜਾ ਹੈ ਉਹ ਆਪਣੇ ਆਪ 'ਚ ਸਥਿਰ ਹੈ। ਉਹ ਵੱਧ ਘੱਟ ਕੋਈ ਸਤਾ ਨਹੀਂ ਹੈਗੀ। ਇਹ ਚੀਜ਼ ਦੀ ਆਪਾਂ ਨੂੰ ਚੰਗੀ ਤਰ੍ਹਾਂ ਸੋਚ ਵਿਚਾਰ ਕਰ ਲੈਣੀ ਚਾਹੀਦੀ ਹੈ। ਨੰਬਰ 2 ਇੱਕ ਇਹ ਚੀਜ਼ ਹੈ, ਬਾਣੀ 'ਚ ਬਾਰ-ਬਾਰ ਕਹਿੰਦੇ ਆ ਗੁਰਮੁਖ ਹੋਵੇ ਕਾਇਆ ਖੋਜੇ, ਤੇ ਬਹੁਤ ਕੁਝ ਹਰ ਜਗ੍ਹਾ ਤੇ ਲਿਖਿਆ ਹੈ ਕਿ ਖੋਜ ਦੀ ਗੱਲ ਕੀਤੀ ਗਈ ਹੈ। ਇਹ ਮਨਾਰ ਸੀ ਕੋਈ ਵਿਰਲਾ ਦੇਖੇ। ਜਿੱਥੇ ਮਰਜੀ ਤੁਸੀਂ ਬਾਣੀ ਦੀ ਤੁਕ ਨੂੰ ਵੇਖੋ, ਉੱਥੇ ਬਾਰ-ਬਾਰ ਇੱਕ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਖੋਜ ਕਰਨੀ ਹੈ, ਭਾਲ ਕਰਨੀ ਹੈ, ਉਸ ਪਰਮ ਸੁਖ ਨੂੰ ਲੱਭਣਾ ਹੈ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ। ਵੀਰ ਜੀ ਤੁਹਾਡੀ ਆਵਾਜ਼ ਬੰਦ ਹੋ ਗਈ, ਮਾਈਕ ਜਰਾ ਕਰਿਓ। ਥੱਲੇ ਪਿਆ ਵਾ ਸ਼ੀਸ਼ਾ, ਮੈਂ ਬੰਦ ਕੀਤੀ, ਬੱਚਾ ਜਾ ਆ ਗਿਆ। ਕੋਈ ਨਹੀਂ, ਤੇ ਕੋਈ ਨਹੀਂ। ਬਾਣੀ 'ਚ ਇਹ ਕਿਹਾ ਕਿ ਖੋਜ ਕਰਨੀ ਹੈ ਬੰਦੇ, ਖੋਜ ਹਰ ਰੋਜ਼। ਬਾਣੀ 'ਚ ਵੇਖੋ ਕਬੀਰ ਸਾਹਿਬ ਕਹਿ ਰਹੇ ਨੇ, ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਨੇ ਕਿ ਕਰਨ ਦੇ ਬਾਰੇ ਸਾਨੂੰ ਐਡਵਾਈਸ ਕਰ ਰਹੇ ਨੇ। ਕਰਨਾ ਹੈ, ਅੰਧ ਵਿਸ਼ਵਾਸ ਨਹੀਂ ਕਰਨਾ। ਪਰ ਆਮ ਤੁਸੀਂ ਤੌਰ ਤੇ ਦੇਖੋਗੇ ਲੋਕ ਤੁਹਾਨੂੰ ਕੀ ਕਹਿਣਗੇ ਕਿ ਤੁਸੀਂ ਵਿਸ਼ਵਾਸ ਕਰ ਲਓ। ਜਿੱਦਾਂ ਆਮ ਧਰਮਾਂ 'ਚ ਵੇਖੋਗੇ ਉਹ ਤੁਹਾਨੂੰ ਕਹਿਣਗੇ ਕਿ ਵਿਸ਼ਵਾਸ ਕਰੋ, ਅੱਖਾਂ ਬੰਦ ਕਰਕੇ ਵਿਸ਼ਵਾਸ ਕਰੋ, ਕੋਈ ਸਵਾਲ ਨਹੀਂ ਕਰਨਾ, ਕੋਈ ਕੁਐਸਚਨ ਨਹੀਂ ਕਰਨਾ, ਜਸਟ ਅੰਧ ਵਿਸ਼ਵਾਸ ਕਰੋ। ਅਗਲਾ ਬੰਦਾ ਜੋ ਮਰਜ਼ੀ ਹੋਵੇ, ਤੁਸੀਂ ਉਸ ਤੇ ਕੁਐਸਚਨ ਨਹੀਂ ਕਰ ਸਕਦੇ, ਤੁਸੀਂ ਸਵਾਲ ਜਵਾਬ ਨਹੀਂ ਕਰ ਸਕਦੇ। ਪਰ ਬਾਣੀ ਕਹਿੰਦੀ ਹੈ ਅਕਲੀ ਸਾਹਿਬ ਸੇਵੀਏ, ਅਕਲੀ ਕੀਜੀਏ ਦਾਨ। ਦੇਖਿਆ ਜਿਹੜੇ ਗੁਰੂ ਨੇ ਆਪਣੇ ਬੜੇ ਪਾਵਰਫੁਲ ਗੁਰੂ ਨੇ, ਇਹ ਡੋਂਟ ਲੈਟ ਅਸ ਬਲਾਈਂਡ ਫੇਥ। ਉਹ ਕਹਿੰਦੇ ਨਹੀਂ ਕਿ ਤੂੰ ਅੰਧ ਵਿਸ਼ਵਾਸ ਕਰਕੇ ਬਹਿ ਜਾ। ਕਹਿੰਦੇ ਕਿ ਨਹੀਂ, ਇਹ ਤੇ ਬਿਲਕੁਲ ਗੜਬੜ ਹੈ, ਬਿਲਕੁਲ ਅੰਧ ਵਿਸ਼ਵਾਸ ਨਹੀਂ ਕਰਕੇ ਬਹਿਣਾ। ਤੈਨੂੰ ਪ੍ਰੈਕਟੀਕਲੀ ਉੱਥੇ ਜਾ ਕੇ ਕੰਮ ਕਰਨਾ ਪੈਣਾ। ਇਹ ਚੀਜ਼ ਨੂੰ ਆਪ ਪਲੀਜ਼ ਰਾਈਟ ਡਾਊਨ ਕਰੋ। ਤੁਹਾਨੂੰ ਜੇ ਕੋਈ ਚਲੋ ਐ ਨਹੀਂ ਆਓ, ਅਸੀਂ ਵੀ ਕਹਿੰਦੇ ਹਾਂ ਤੇ ਅਸੀਂ ਉਸੇ ਕੈਟਾਗਰੀ 'ਚ ਹੀ ਹਾਂ। ਅੰਧ ਵਿਸ਼ਵਾਸ ਵਾਸਤੇ ਕੋਈ ਜਗ੍ਹਾ ਨਹੀਂ ਆ ਸਿੱਖ ਧਰਮ ਦੇ ਵਿੱਚ। ਜਿੰਨੇ ਆਤਮ ਗਿਆਨ ਪ੍ਰਾਪਤ ਕਰਨਾ ਹੈ, ਜਿੰਨੇ ਬ੍ਰਹਮ ਵਿਦਿਆ ਪ੍ਰਾਪਤ ਕਰਨੀ ਆ, ਉਹ ਇੱਕ ਗੱਲ ਮਨ 'ਚ ਪੱਕੀ ਤਰ੍ਹਾਂ ਧਾਰਨ ਕਰ ਲਏ, ਮੇਰਾ ਅਨੁਭਵ ਮੇਰਾ ਹੈ, ਉਹ ਤੁਹਾਡਾ ਨਹੀਂ ਹੋ ਸਕਦਾ। ਤੁਹਾਡਾ ਅਨੁਭਵ ਤੁਹਾਡਾ ਹੈ, ਉਹ ਮੇਰਾ ਨਹੀਂ ਹੋ ਸਕਦਾ। ਇਸ ਕਰਕੇ ਹਰ ਇੱਕ ਬੰਦੇ ਦਾ ਤੁਹਾਡਾ ਜਿਹੜਾ ਸਵਾਲ ਹੈ ਉਹ ਇੰਡੀਵਿਜੂਅਲ ਹੈ। ਜਿੱਥੇ ਕੋਈ ਭੀੜ ਦਾ ਵਿਸ਼ਾ ਬਿਲਕੁਲ ਨਹੀਂ ਹੈਗਾ। ਹਰ ਕੋਈ ਜਿਹੜਾ ਸਟੂਡੈਂਟ ਆ ਉਹਨੂੰ ਇਕੱਲੇ ਨੂੰ ਯਾਤਰਾ ਕਰਨੀ ਪਊਗੀ। ਕਬੀਰ ਸਾਹਿਬ ਇਸੇ ਕਰਕੇ ਕਹਿ ਰਹੇ ਨੇ ਕਿ ਮੈਂ ਇਕੱਲਾ ਚੱਲ ਰਿਹਾ। ਇਹਦਾ ਮਤਲਬ ਇਹ ਆ ਕਿ ਮੈਂ ਜਿਹੜਾ ਆਪਣਾ ਜੀਵਨ ਦਾ ਜਿਹੜਾ ਮੇਰਾ ਸਵਾਲ ਹੈ, ਮੈਂ ਉਹਨੂੰ ਇਕੱਲਾ ਹੱਲ ਕਰ ਰਿਹਾ। ਆਈ ਐਮ ਅਲੋਨ। ਅਲੋਨ ਦਾ ਮਤਲਬ ਮਾਈ ਸੈਲਫ, ਮੈਂ ਇਕੱਲਾ ਜਾਊਂਗਾ। ਉੱਥੇ ਪ੍ਰਮਾਤਮਾ ਦੇ ਕੋਲ ਤੁਸੀਂ ਭੀੜ ਦੇ ਰੂਪ 'ਚ ਨਹੀਂ ਜਾ ਸਕਦੇ, ਕਿਉਂਕਿ ਉਹ ਇੱਕ ਅਲੱਗ ਚੀਜ਼ ਹੈ। ਤੁਹਾਨੂੰ ਇਕੱਲੇ ਨੂੰ ਜਾਣਾ ਪਊਗਾ। ਇਹ ਚੀਜ਼ ਨੂੰ ਆਪ ਧਿਆਨ ਰੱਖੋ। ਇਸ ਕਰਕੇ ਸੋਰਸ ਕੀ ਹੈ? ਧਿਆਨ ਤੋਂ ਇਲਾਵਾ ਹੋਰ ਕੋਈ ਸੋਰਸ ਨਹੀਂ ਹੈ। ਧਿਆਨ ਦੇ ਨਾਲ ਤੁਹਾਡੇ ਮਨ ਨੇ ਸਟੇਬਲ ਹੋਣਾ ਹੈ। ਜਿੰਨਾ ਚਿਰ ਤੱਕ ਤੁਹਾਡਾ ਮਨ ਨਹੀਂ ਠਹਿਰਦਾ, ਉਹਨਾਂ ਚਿਰ ਤੱਕ ਤੁਹਾਨੂੰ ਗਿਆਨ ਨਹੀਂ ਪ੍ਰਾਪਤ ਹੋ ਸਕਦਾ। ਕਿਉਂਕਿ ਆਤਮ ਗਿਆਨ ਨੂੰ ਪ੍ਰਾਪਤ ਕਰਨ ਦੇ ਲਈ ਇੱਕ ਕੰਡੀਸ਼ਨ ਹੈਗੀ ਹੈ, ਉਹ ਤੁਹਾਡਾ ਮਨ ਜਿਹੜਾ ਚੁੱਪ ਹੋਣਾ ਜ਼ਰੂਰੀ ਹੈ। ਉਹਨਾਂ ਚਿਰ ਆਤਮਾ ਗਿਆਨ ਨਹੀਂ ਦਿੰਦੀ। ਕਿਉਂਕਿ ਆਤਮਾ ਜਿਹੜੀ ਹੈ ਉਹਦੇ ਅੰਦਰ ਜੋ ਮਤਲਬ ਸਿਗਨਲ ਆ ਰਹੇ ਨੇ, ਜੋ ਚੰਗਿਆਈ ਆ ਰਹੀ ਹੈ, ਉਹਨੂੰ ਰਿਸੀਵ ਕਰਨ ਦੇ ਲਈ ਉਹ ਸਾਡਾ ਜਿਹੜਾ ਚੈਨਲ ਆ ਉਹਦਾ ਸੈੱਟ ਹੋਣਾ ਬੜਾ ਜ਼ਰੂਰੀ। ਜੇ ਵੇਖੋ ਤੁਹਾਡਾ ਚੈਨਲ ਤੁਸੀਂ ਵੇਖਿਆ ਕਿਤੇ ਰੇਡੀਓ, ਹੁਣ ਤਾਂ ਤੇ ਪਤਾ ਨਹੀਂ, ਹੁਣ ਵੀ ਵੈਸੇ ਫ੍ਰੀਕੁਐਂਸੀ ਜਿਹੜੀ ਬਿਲਕੁਲ ਫ੍ਰੀਕੁਐਂਸੀ ਹੈ ਨਾ, ਤੁਹਾਨੂੰ ਉੱਥੇ ਨੋਬ ਨੂੰ ਐਡਜਸਟ ਕਰਨਾ ਪਊ, ਤਾਂ ਤੁਹਾਨੂੰ ਉਹ ਜਿਹੜਾ ਚੈਨਲ ਦਾ ਮਿਊਜ਼ਿਕ ਚੰਗੇ ਤਰੀਕੇ ਨਾਲ ਸੁਣਾਈ ਦੇਵੇਗਾ। ਨਾ ਤੇ ਵੱਧ ਤੇ ਨਾ ਘੱਟ। ਜੇ ਥੋੜਾ ਬਹੁਤਾ ਅੱਗੇ ਪਿੱਛੇ ਹੈ ਤੇ ਉਹਦੀ ਆਵਾਜ਼ ਦੇ ਵਿੱਚ ਬੈਕ ਸਾਈਡ ਤੇ ਤੁਹਾਨੂੰ ਡਿਸਟਰਬੈਂਸ ਆਵੇਗੀ। ਯੂ ਕੈਨੋਟ ਇੰਜੋਏ ਦਾ ਮਿਊਜ਼ਿਕ। ਤੁਸੀਂ ਉਸ ਮਿਊਜ਼ਿਕ ਦਾ ਆਨੰਦ ਨਹੀਂ ਮਾਣ ਸਕਦੇ, ਕਿਉਂਕਿ ਪਿੱਛੇ ਕੁਝ ਹੋਰ ਕੜਕੜ ਦੀ ਆਵਾਜ਼ ਆ ਰਹੀ ਹੈ।
ਇਸੇ ਲਈ ਆਤਮਾ ਰੂਪੀ ਜੋ ਸੰਗੀਤ ਹੈ, ਜੋ ਸਹਿਜ ਦੀ ਧੁਨ ਆ, ਕੋਈ ਆਵਾਜ਼ ਥੋੜੀ ਉੱਥੇ ਹੈਗੀ ਹੈ। ਇਹ ਤੇ ਐਵੇਂ ਕਹਿ ਦਿੱਤੀਆਂ ਗੱਲਾਂ ਲੋਕਾਂ ਨੂੰ ਸਮਝਾਉਣ ਦੇ ਲਈ, ਹੋਰ ਕੋਈ ਵਿਧੀ ਨਹੀਂ ਹੈਗੀ। ਉੱਥੇ ਕੋਈ ਆਵਾਜ਼ ਨਹੀਂ ਹੈਗੀ, ਉੱਥੇ ਟਾਈਮ ਵੀ ਨਹੀਂ ਹੈਗਾ, ਉੱਥੇ ਨਾ ਸੂਰਜ ਹੈ, ਨਾ ਚੰਦਰਮਾ, ਨਾ ਤਾਰੇ, ਕੁਝ ਵੀ ਨਹੀਂ ਹੈਗਾ ਉੱਥੇ। ਇਹ ਆਕਾਸ਼ ਨਹੀਂ ਹੈਗਾ, ਆਹ ਜਿਹੜਾ ਆਕਾਸ਼ ਤੁਹਾਨੂੰ ਦਿੱਤਾ, ਕਿਉਂਕਿ ਇਹ ਇੱਕ ਅਲੱਗ ਚੀਜ਼ ਆ। ਇਹ ਜੜ ਆ, ਉਹ ਜੜ ਨਹੀਂ ਆ। ਹੈ ਉਹਦੇ ਚੋਂ ਆਇਆ, ਪਰ ਇਹ ਉਹ ਨਹੀਂ ਆ। ਉਹ ਇੱਕ ਬਸ ਇੱਕ ਤੱਤ ਆ, ਉਹ ਬਸ ਸ਼ਾਂਤੀ ਸਰੂਪ ਆ, ਆਨੰਦ ਸਰੂਪ ਆ। ਉਹਦੇ ਅੰਦਰ ਹੀ ਆਨੰਦ ਆ, ਉਹ ਆਨੰਦ ਹੀ ਹੈ। ਔਰ ਜਦੋਂ ਅਸੀਂ ਉਸ ਲੈਵਲ ਤੇ ਜਾਂਦੇ ਹਾਂ ਤੇ ਉਸ ਲੈਵਲ ਤੇ ਜਾਣ ਤੋਂ ਬਾਅਦ ਸਾਨੂੰ ਗਿਆਨ ਹੁੰਦਾ ਕਿ ਜਿਹਨੂੰ ਮੈਂ ਲੱਭਦਾ ਫਿਰਦਾ ਸਾਂ ਆਨੰਦ ਨੂੰ, ਉਹ ਤੇ ਮੇਰੇ ਅੰਦਰ ਹੈ, ਉਹ ਮੇਰਾ ਸਰੂਪ ਹੈ, ਮੇਰਾ ਬੇਸਮੈਂਟ, ਮੇਰਾ ਮੁੱਢ। ਨਾਰਮਲੀ ਵੇਖੋ ਤੁਸੀਂ ਜ਼ਿੰਦਗੀ 'ਚ ਨਾ, ਤੁਸੀਂ ਵੇਖੋ ਤੁਹਾਨੂੰ ਕੋਈ ਚੀਜ਼ ਨਹੀਂ ਮਿਲੀ। ਹੁਣ ਤੁਸੀਂ ਸਾਰੇ ਜੋ ਕਾਫੀ ਵੱਡੀਆਂ ਉਮਰਾਂ ਨੇ ਤੁਹਾਡੀਆਂ, ਮੇਰੇ ਤੋਂ ਵੱਡੇ ਹੀ ਹੈਗੇ ਨੇ ਕਾਫੀ ਜ਼ਿਆਦਾ ਸਰੀਰ, ਕੁਝ ਚੀਜ਼ਾਂ ਜਿਹੜੀਆਂ ਜ਼ਿੰਦਗੀ 'ਚ ਨਹੀਂ ਮਿਲਦੀਆਂ ਨਾ, ਤੇ ਫਿਰ ਸਾਡੀ ਅਟੈਂਸ਼ਨ ਹੋਰ ਵੱਧਦੀ ਹੈ ਕਿ ਅਸੀਂ ਉਹ ਚੀਜ਼ ਨੂੰ ਪ੍ਰਾਪਤ ਕਰੀਏ। ਫਿਰ ਜਦੋਂ ਚੀਜ਼ ਪ੍ਰਾਪਤ ਹੁੰਦੀ ਨਾ, ਉਸ ਤੋਂ ਬੜਾ ਤੁਹਾਨੂੰ ਸੁੱਖ ਹੁੰਦਾ। ਹੋ ਸਕਦਾ ਤੁਸੀਂ ਪਾਰਟੀ ਵੀ ਮਨਾਈ ਹੋਵੇ, ਪਰ ਉਹ ਸੁੱਖ ਕੁਝ ਸਮੇਂ ਲਈ ਹੈ, ਬਾਅਦ 'ਚ ਉਹ ਸੁੱਖ ਜਿਹੜਾ ਖਤਮ ਹੋ ਜਾਏ। ਤੁਸੀਂ ਘਰ ਖਰੀਦਣਾ ਸੀ, ਜਦ ਤੱਕ ਮਿਲਿਆ ਨਹੀਂ ਸੀ ਸੁੱਖ ਸੀ, ਬੜਾ ਧਿਆਨ ਸੀ ਕਿ ਮੈਨੂੰ ਘਰ ਮਿਲ ਜਾਏ, ਘਰ ਮਿਲ। ਜਿੱਦਣ ਮਿਲ ਗਿਆ ਉਸ ਤੋਂ ਬਾਅਦ ਤੁਹਾਡੇ ਮਨ ਨੇ ਜੰਪ ਕਰ ਜਾਣਾ ਅੱਗੇ। ਤੁਹਾਡੇ ਮਨ 'ਚ ਹੈ ਕਿ ਮੈਂ ਇੰਨੇ ਪੈਸੇ ਜਮ੍ਹਾਂ ਕਰ ਲਾਂ, $1,00,000 ਕਰ ਲਾਂ, ਜਾਂ ਇੰਡੀਆ ਦਾ ਲੱਖ ਰੁਪਇਆ, 2 ਲੱਖ, 5 ਲੱਖ ਇਕੱਠਾ ਕਰ ਲਾਂ। ਟਾਰਗੇਟ ਸੀ, ਇੱਕ ਸਮਾਂ ਇਕੱਠਾ ਹੋ ਗਿਆ। ਉਸ ਲਈ ਤੁਹਾਨੂੰ ਕੁਝ ਸਮੇਂ ਲਈ ਸੁੱਖ ਮਿਲੇਗਾ, ਪਰ ਉਹ ਜ਼ਿਆਦਾ ਚਿਰ ਸਸਟੇਨ ਨਹੀਂ ਕਰੇਗਾ। ਉਹ ਸੁੱਖ ਤੋਂ ਅੱਗੇ ਜਾਣਾ ਪਊ ਤੁਹਾਨੂੰ। ਇਹ ਪ੍ਰਕਿਰਤੀ ਏਦਾਂ ਹੀ ਚੱਲਦੀ। ਜੇਕਰ ਤੁਹਾਨੂੰ ਕੋਈ ਪਰਮ ਸੁੱਖ ਚਾਹੀਦਾ, ਦੇਖੋ ਜਿਹੜੇ ਸੰਤ ਹੋਏ ਨੇ ਨਾ, ਉਹਨਾਂ ਨੇ ਇਹ ਚੀਜ਼ ਨੂੰ ਬੜੀ ਚੰਗੀ ਤਰ੍ਹਾਂ ਪਹਿਲਾਂ ਵੇਖ ਲਿਆ ਸੀ। ਉਹ ਚੀਜ਼ ਨੂੰ ਮੈਂ ਦੇਖ ਵੀ ਰਿਹਾ। ਜਿਹੜੇ ਰਾਜੇ ਨੇ ਨਾ, ਰਾਜਾ ਜਨਕ, ਉਹ ਰਾਜਾ ਜਨਕ ਇੱਕ ਰਾਜਾ ਹੈ। ਇੱਕ ਰਾਜਾ ਜਦੋਂ ਸਾਧਕ ਬਣ ਜਾਂਦਾ ਹੈ, ਆਤਮਾ ਤੱਤ ਦਾ ਗਿਆਨੀ ਹੋ ਜਾਂਦਾ ਹੈ। ਆਤਮਾ ਤੱਤ ਤੋਂ ਅੱਗੇ ਕੋਈ ਤੱਤ ਨਹੀਂ ਹੈਗਾ, ਬਹੁਤ ਪਾਵਰਫੁਲ ਤੱਤ ਹੈ। ਉਹਦੇ ਵਿੱਚ ਹੀ ਬੰਦੇ ਦੀ ਜਿਹੜੀ ਤ੍ਰਿਪਤੀ ਹੋ ਜਾਂਦੀ, ਉਹਦਾ ਤੁਸੀਂ ਤ੍ਰਿਪਤ ਨਹੀਂ ਹੋ ਸਕਦੇ। ਉਹਦਾ ਜੀਵਨ 'ਚ ਜੋ ਮਰਜ਼ੀ ਖਾ ਲਓ, ਜੋ ਮਰਜ਼ੀ ਲੱਭ ਲਓ, ਤੁਹਾਡੇ ਇੰਦਰੀਆਂ ਦੇ ਵਿਸ਼ੇ ਨੇ, ਉਹਦੇ ਵਿੱਚ ਤ੍ਰਿਪਤੀ ਤੇ ਹੈ ਹੀ ਨਹੀਂ, ਕਿਉਂਕਿ ਪ੍ਰਕਿਰਤੀ ਦੇ ਵਿੱਚ ਤ੍ਰਿਪਤੀ ਨਹੀਂ ਹੈਗੀ। ਤ੍ਰਿਪਤੀ ਜਿਹੜੀ ਹੈ ਉਹ ਆਤਮਾ ਦੇ ਵਿੱਚ ਹੈ। ਵਿਰਾਗ ਜਿਹੜਾ ਆਪਾਂ ਟੈਂਪਰੇਰੀ ਕਹਿੰਦੇ ਨਾ, ਵਿਰਾਗ ਦਾ ਮਤਲਬ ਕਿ ਸਾਹਮਣੇ ਭੋਗ ਪਿਆ ਹੈ ਔਰ ਤੁਹਾਡੇ ਮਨ 'ਚ ਇੱਛਾ ਨਹੀਂ ਹੈ। ਕਰੋੜ ਰੁਪਈਆ ਕੀ ਅਰਬ ਰੁਪਈਆ ਪਿਆ ਹੋਵੇ ਨਾ, ਤੁਹਾਡੇ ਅੰਦਰ ਚਿੱਤ 'ਚ ਤਰੰਗ ਨਹੀਂ ਪੈਦਾ ਹੋਣੀ। ਇਹ ਨਹੀਂ ਕਿ ਤੁਸੀਂ ਪੈਸਾ ਨਹੀਂ ਕਮਾਓਗੇ, ਕਮਾਈ ਕਰੋਗੇ, ਘਰ-ਬਾਰ ਸਭ ਕੁਝ ਬਣਾਓਗੇ, ਬੱਚੇ ਵੀ ਬਣਾਓਗੇ, ਬੇਸ਼ੱਕ ਤਾਂ ਤੁਸੀਂ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਬਣ ਜਾਓ, ਪਰ ਤੁਹਾਡੀ ਚਿੱਤ ਦੇ ਵਿੱਚ ਤਰੰਗ ਨਹੀਂ ਪੈਦਾ ਹੋ ਸਕਦੀ, ਕਿਉਂਕਿ ਅੰਦਰੋਂ ਵਿਰਾਗ ਪੈਦਾ ਹੋ ਗਿਆ, ਤੁਹਾਡੇ ਅੰਦਰੋਂ, ਤੁਹਾਡੇ ਸੋਰਸ 'ਚੋਂ। ਇਸ ਲਈ ਜਿਹੜਾ ਆਪਾਂ ਆਪਣੇ ਤੌਰ ਤੇ ਕਿਸੇ ਚੀਜ਼ ਨੂੰ ਆਪਾਂ ਕੀ ਕਰ ਰਹੇ ਹਾਂ, ਨਿਰੋਧ ਕਰਦੇ ਹਾਂ, ਉਸ ਚੀਜ਼ ਨੂੰ ਆਪਣੇ ਆਪ ਨੂੰ ਕਰਨ ਤੋਂ ਰੋਕਦੇ ਹਾਂ ਕਿ ਇਹ ਚੀਜ਼ ਮਾੜੀ ਆ। ਉਹ ਵੀ ਵਧੀਆ ਚੀਜ਼ ਆ, ਕਿਉਂਕਿ ਇੰਦਰੀਆਂ ਜਿਹੜੀਆਂ ਨੇ ਉਹ ਗਤੀ ਕਰਦੀਆਂ ਤੇ ਆਪਾਂ ਸੰਜਮ 'ਚ ਆ ਜਾਂਦੇ ਹਾਂ, ਇਹਨਾਂ ਨੂੰ ਰੋਕ ਲੈਂਦੇ ਹਾਂ ਕਿ ਨਹੀਂ ਬਈ ਇਹ ਨਹੀਂ ਕੰਮ ਕਰਨਾ। ਬੁੱਧੀ ਦੇ ਨਾਲ ਮਨ ਦੀ ਕਾਉਂਸਲਿੰਗ ਕਰਦੇ ਹਾਂ, ਮਨ ਨੂੰ ਸਮਝਾਉਂਦੇ ਹਾਂ ਕਿ ਇਹ ਚੀਜ਼ ਜਿਹੜੀ ਬੜੀ ਮਾੜੀ ਹੈ, ਇਹਦਾ ਨੁਕਸਾਨ ਕੀ ਹੈ। ਜਿੱਦਾਂ ਕੋਈ ਡਾਕਟਰ ਕਹਿ ਦੇ ਬਈ ਆਹ ਚੀਜ਼ ਖਾਣ ਦੇ ਨਾਲ ਤੇਰਾ ਪੇਟ ਖਰਾਬ ਹੋ ਸਕਦਾ, ਤੇਰੀਆਂ ਅੱਖਾਂ ਖਰਾਬ ਹੋ ਜਾਣੀਆਂ, ਫਿਰ ਆਪਾਂ ਕੀ ਕਰਦੇ ਹਾਂ, ਉਸ ਕੰਮ ਨੂੰ ਕਰਨ ਤੋਂ ਪਰਹੇਜ਼ ਕਰਦੇ ਹਾਂ। ਪਰਹੇਜ਼ ਅੰਦਰੋਂ ਆਵਾਜ਼ ਆਉਂਦੀ, ਆਪਾਂ ਪਰ ਕਰਦੇ ਨਹੀਂ। ਇਸੇ ਤਰ੍ਹਾਂ ਜਦੋਂ ਤੁਸੀਂ ਪਰਮ ਸੁੱਖ ਨੂੰ ਪ੍ਰਾਪਤ ਕਰ ਲੋਗੇ, ਅੰਦਰੋਂ ਆਵਾਜ਼ ਨਹੀਂ ਆਉਣੀ, ਤੁਹਾਡੇ ਅੰਦਰ ਤਰੰਗ ਹੀ ਨਹੀਂ ਪੈਦਾ ਹੋਣੀ, ਕਿਉਂਕਿ ਪਦਾਰਥ ਕਿਸੇ ਦੇ ਅੰਦਰ ਇੰਨੀ ਸ਼ਕਤੀ ਨਹੀਂ ਆ ਜੋ ਤੁਹਾਨੂੰ ਖਿੱਚ ਸਕੇ, ਕਿਉਂਕਿ ਤੁਸੀਂ ਆਤਮਾ 'ਚ ਚਲੇ ਗਏ ਜੋ। ਆਤਮਾ ਦੇ ਵਿੱਚ ਕੋਈ ਜਾ ਨਹੀਂ ਸਕਦਾ। ਸ੍ਰੇਸ਼ਟ ਸੁੱਖ ਤੇ ਉੱਥੇ ਪਿਆ। ਇਹ ਜਿਹੜੇ ਸੁੱਖ ਹੈ, ਛੋਟੇ ਮੋਟੇ ਸੁੱਖ, ਇਹ ਤੁਹਾਨੂੰ ਅਟਰੈਕਟ ਨਹੀਂ ਕਰ ਸਕਦੇ, ਤੁਹਾਨੂੰ ਪ੍ਰਭਾਵਿਤ ਨਹੀਂ ਕਰ ਸਕਦੇ। ਠੀਕ ਹੈ ਜੀ, ਆਪਣੀ ਇਸ ਚੀਜ਼ ਦਾ ਧਿਆਨ ਦੇਣਾ। ਤੇ ਦੇਖੋ ਕਹਿੰਦੇ ਆ ਕਿ ਕਹਿੰਦੇ ਵਾਹ ਵਾਹ ਕਰਤਿਆਂ ਰਹਿਣੀ ਸੁੱਖ ਵਿਹਾਈ। ਤੇ ਪ੍ਰਮਾਤਮਾ ਦੀ ਵਾਹ ਦਾ ਮਤਲਬ ਕਿ ਉਹਦੀ ਭਗਤੀ ਕਰਨ ਦੇ ਨਾਲ ਕੀ ਆ, ਜੀਵਨ ਦੇ ਵਿੱਚ ਸੁੱਖ ਆ ਜਾਂਦਾ ਹੈ। ਉਹ ਤਾਂ ਸੁੱਖ ਨਹੀਂ ਆਏਗਾ ਪਦਾਰਥ 'ਚ, ਤੇ ਸੁੱਖ ਬਿਲਕੁਲ ਨਹੀਂ ਹੈ। ਪਦਾਰਥਾਂ ਦੇ ਵਿੱਚ ਜੇਕਰ ਤੁਸੀਂ ਜੀਵਨ ਬਤੀਤ ਕਰਦੇ ਜੋ, ਤੇ ਤੁਹਾਨੂੰ ਕਦੇ ਵੀ ਸੁੱਖ ਨਹੀਂ ਪ੍ਰਾਪਤ ਹੋਣਾ, ਤੁਸੀਂ ਦੁਖੀ ਹੁੰਦੇ ਰਹਿਣਾ, ਕਿਉਂਕਿ ਪਦਾਰਥਾਂ ਦੇ ਵਿੱਚ ਹਮੇਸ਼ਾ ਹੀ ਕੋਈ ਨਾ ਕੋਈ ਤੁਹਾਡੇ ਤੋਂ ਅੱਗੇ ਹੋਣਾ।
ਤੁਹਾਨੂੰ ਆਪਣੇ ਸੁੱਖ ਤੋਂ ਉਨੀ ਪਰੇਸ਼ਾਨੀ ਨਹੀਂ ਹੋਣੀ ਜਿੰਨੀ ਦੂਜੇ ਦੇ ਸੁੱਖ ਤੋਂ ਪਰੇਸ਼ਾਨੀ ਹੋਣੀ। ਇਹ ਕੁਦਰਤੀ ਨਿਯਮ ਹੈ, ਕਿਉਂਕਿ ਸਾਡੇ ਅੰਦਰ ਇੱਕ ਈਰਖਾ ਰੂਪੀ ਇੱਕ ਸ਼ਕਤੀ ਪਾਈ ਗਈ ਹੈ। ਇਹਦੇ ਨਾਲ ਹੀ ਪ੍ਰਕਿਰਤੀ ਕੰਮ ਕਰਦੀ ਹੈ। ਅਦਰਵਾਈਜ਼ ਇਹ ਲੋਕ ਇੱਕਦਮ ਸਾਡੇ ਅੰਦਰ ਜੇ ਤਾਮਸਿਕ ਤੱਤ ਜ਼ਿਆਦਾ ਹੈ ਤੇ ਤੁਸੀਂ ਕੰਮ ਹੀ ਨਹੀਂ ਕਰਨਾ, ਤੁਸੀਂ ਬੈਠੇ ਰਹਿਣਾ ਰਮਾਨ ਦੇ ਨਾਲ। ਜਾਨਵਰਾਂ ਨੂੰ ਕੋਈ ਕੰਪੀਟੀਸ਼ਨ ਨਹੀਂ ਹੁੰਦਾ, ਦੇਖੋ ਖਾਂਦੇ ਪੀਂਦੇ ਤੇ ਲੰਮੇ ਪਏ। ਇਹ ਸਾਡੀ ਵ੍ਰਿੱਤੀ ਬਣ ਸਕਦੀ ਹੈ। ਜਿਹੜੇ ਤਾਮਸਿਕ ਲੋਕ ਹੁੰਦੇ ਆ ਉਹ ਏਦਾਂ ਬੈਠੇ ਰਹਿੰਦੇ। ਰਾਜਸਿਕ ਲੋਕ ਹੁੰਦੇ ਜਿਹੜੇ ਦੂਜਿਆਂ ਤੋਂ ਥੋੜੀ ਜਿਹੀ ਈਰਖਾ ਕਰਦੇ ਆ, ਉਹ ਉਸ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਲੱਗੇ ਰਹਿੰਦੇ ਨੇ। ਕਾਫੀ ਹੱਦ ਤੱਕ ਲੋਕ ਤਾਮਸਿਕ ਹੁੰਦੇ ਨੇ, ਜੋ ਹੈਗਾ ਚੱਲਣ ਤੋਂ। ਰਾਜਸਿਕ ਲੋਕ ਹੁੰਦੇ ਨੇ ਜਿਹੜੇ ਥੋੜੇ ਸਮੇਂ ਚ ਅੱਗੇ ਲੰਘਣਾ ਚਾਹੁੰਦੇ ਆ, ਜ਼ਿਆਦਾ ਪਦਾਰਥ ਜ਼ਿਆਦਾ ਉਹ ਇਕੱਠਾ ਕਰਦੇ ਨੇ, ਆਪਣੇ ਆਪ ਨੂੰ ਪਦਾਰਥਾਂ ਨਾਲ ਜੋੜ ਕੇ ਦੇਖਦੇ ਨੇ। ਸੋ ਏਦਾਂ ਦੇ ਲੋਕ ਵੀ ਹੁੰਦੇ ਨੇ। ਸਤੋਗੁਣੀ ਲੋਕ ਹੁੰਦੇ ਨੇ ਜਿਹੜੇ ਉਹ ਸੰਤੋਖ ਚ ਜੀਵਨ ਬਤੀਤ ਕਰਦੇ, ਸੁੱਖ ਸੰਤੋਖ ਕੀ ਉਹ ਸੱਤ ਦੇ ਨਾਲ ਆਪਣਾ ਜੀਵਨ ਬਤੀਤ ਕਰਦੇ ਆ। ਸਤੋਗੁਣੀ ਮਨੁੱਖ ਹੁੰਦੇ ਨੇ ਕਿ ਨਾ ਮਤਲਬ ਕੰਪੀਟੀਸ਼ਨ ਨਹੀਂ ਕਰਦੇ, ਜੋ ਹੈਗਾ ਚੱਲਦਾ ਚੱਲਣ ਦੋ। ਠੀਕ ਹੈ ਜੀ। ਇੱਥੇ ਦੇਖੋ ਕਹਿੰਦੇ ਨੇ ਕਿ ਸੁੱਖ ਤੁਹਾਡੇ ਜੀਵਨ ਚ ਆ ਜਾਏਗਾ ਤੇ ਰਹਿਣੀ ਦਾ ਮਤਲਬ ਹੁੰਦਾ ਹੈ ਰਾਤ। ਸੁਖੀ ਦਿਨ ਤੇ ਰਾਤ ਤੁਹਾਡਾ ਬੀਤੇਗਾ ਜੇਕਰ ਤੁਸੀਂ ਪ੍ਰਮਾਤਮਾ ਦੀ ਭਗਤੀ ਕਰਦੇ ਜਾਂਦੇ ਜੋ। ਤੁਹਾਨੂੰ ਕੁਛ ਵੀ ਨਹੀਂ ਹੋ ਸਕਦਾ। You will not face any trouble, ਕਿਉਂਕਿ ਤੁਸੀਂ ਭਗਤੀ ਕਰ ਰਹੇ ਜੋ ਕਿਤੇ ਬ੍ਰਹਮ ਦੀ। ਕਿਸ ਬ੍ਰਹਮ ਦੀ? ਜਿਹਦੇ ਅੰਦਰ ਆਤਮਾ ਕੰਮ ਕਰਦੀਆਂ ਹਨ, ਜਿਹਦੇ ਅੰਦਰ ਇਹ ਪੰਜੇ ਤੱਤ ਕੰਮ ਕਰਦੇ। ਫਿਰ ਅਗਲੇ ਬੰਦੇ ਕਹਿੰਦੇ ਵਾਹ ਵਾਹ ਕਰਦਿਆਂ ਸਦਾ ਆਨੰਦ ਹੋਵੇ ਮੇਰੀ ਮਾਈ। ਉਹ ਕਹਿੰਦੇ ਆ ਪਰਮਾਤਮਾ ਦੀ ਭਗਤੀ ਕਰਨ ਦੇ ਨਾਲ ਸਦਾ ਆਨੰਦ। ਆਪ ਜੀ ਨੂੰ ਪਹਿਲਾਂ ਵੀ ਦੱਸਿਆ ਸੱਚ ਚਿੱਤ ਆਨੰਦ ਅਖੰਡ ਅਵਸਥਾ ਇਹ ਸਭ ਪਰਮਾਤਮਾ ਦੇ ਗੁਣ ਹਨ। ਇਹ ਬ੍ਰਹਮ ਗਿਆਨੀਆਂ ਨੇ ਕਿੱਦਾਂ ਲੱਭੀ? ਇਹ ਸਵਾਲ ਹੈਗਾ। ਹੋ ਸਕਦਾ ਹੈ ਕਿ ਇਹ ਗਿਆਨ ਸਾਰਾ ਪਰਮਾਤਮਾ ਤੋਂ ਹੀ ਆਇਆ ਹੋਵੇ, ਕਿਉਂਕਿ ਆਪਾਂ ਲੱਭ ਹੀ ਨਹੀਂ ਸਕਦੇ। ਇਹ ਤੇ ਗੁਪਤ ਅਵਸਥਾ ਹੈ, ਕਿੱਦਾਂ ਪਤਾ ਲੱਗੂਗਾ? ਇਹ ਜ਼ਰੂਰ ਪਰਮਾਤਮਾ ਤੋਂ ਹੀ ਜਿਹੜਾ ਗਿਆਨ ਆਇਆ, ਕਿ ਗਿਆਨ ਦਾ ਸਰੋਤ ਹੀ ਪਰਮਾਤਮਾ ਹੈ। ਇਹ ਮੈਥ, ਇਹ ਸਾਇੰਸ, ਇਹ ਇਲੈਕਟ੍ਰੀਕਲ ਜੋ ਵੀ ਆਪਾਂ ਚੀਜ਼ ਡਿਸਕਵਰੀਆਂ ਕਰਦੇ ਆ, ਇਹ ਸਾਰੇ ਗੁਣ ਪਰਮਾਤਮਾ ਦੇ। ਪਰਮਾਤਮਾ ਦੇ ਅੰਦਰ ਮਤਲਬ ਇਹ ਪ੍ਰਕਿਰਤੀ ਚ ਗੁਣ ਨੇ। ਉਹ ਜਿਹੜੇ ਗੁਣ ਸਾਡੇ ਅੰਦਰ ਆਟੋਮੈਟਿਕਲੀ ਟਰਾਂਸਮਿਟ ਹੁੰਦੇ ਜਾਂਦੇ ਨੇ। ਦੇਖੋ ਕਈ ਬੰਦੇ ਹੁੰਦੇ ਨੇ ਉਹ ਕੋਈ ਨਾ ਕੋਈ ਅਵਿਸ਼ਕਾਰ ਕਰਦੇ ਨੇ, ਸਮਾਜ ਨੂੰ ਨਵੀਂ ਰਾਹ ਤੇ ਪਾ ਦਿੰਦੇ ਆ, ਫਿਰ ਆਪ ਸਮਾਜ ਤੋਂ ਚੱਲ ਜਾਂਦੇ ਨੇ। ਉਹ ਆਪ ਤੇ ਉਹ ਪਦਾਰਥਾਂ ਦਾ ਇਸਤੇਮਾਲ ਘੱਟ ਕਰਦੇ ਆ ਪਰ ਸਮਾਜ ਨੂੰ ਦੇ ਜਾਂਦੇ। ਇਹਦਾ ਮਤਲਬ ਟਾਈਮ ਟੂ ਟਾਈਮ ਪ੍ਰਕਿਰਤੀ ਐਸੇ ਬੰਦਿਆਂ ਨੂੰ ਭੇਜਦੀ ਹੈ ਧਰਤੀ ਤੇ ਤਾਂ ਜੋ ਡਿਸਕਵਰੀ ਕਰ ਦੇਣ, ਫਿਰ ਉਹ ਜਿਹੜਾ ਫਾਰਮੂਲਾ ਲੋਕਾਂ ਨੂੰ ਦੇ ਜਾਣ, ਫਿਰ ਸੰਸਾਰ ਤੋਂ ਚੱਲ ਜਾਣ। ਕਿਉਂਕਿ ਪ੍ਰਕਿਰਤੀ ਬ੍ਰੋਕਰਸ ਕਰਨਾ ਚਾਹੁੰਦੀ ਹੈ। ਹਾਂਜੀ, ਸੋ ਇਹ ਗੱਲਾਂ ਬਾਤਾਂ ਨੇ ਤੇ ਇਸ ਕਰਕੇ ਆਪ ਪਲੀਜ਼ ਧਿਆਨ ਦਿਓ। ਫਿਰ ਅਗਲੇ ਬੰਨੇ ਕਹਿ ਰਹੇ ਨੇ ਵਾਹ ਵਾਹ ਕਰਦਿਆਂ ਹਰ ਸਿਉ ਲਿਵ ਲਾਏ। ਲਿਵ ਦਾ ਮਤਲਬ ਇੱਥੇ ਧਿਆਨ ਆ, ਤੁਹਾਡੀ ਸੁਰਤੀ। ਜੇਕਰ ਤੁਸੀਂ ਪਰਮਾਤਮਾ ਦੀ ਬੰਦਗੀ ਕਰਦੇ ਜੋ, ਇੱਕ ਗੱਲ ਗਰੰਟੀ ਹੈ ਤੁਹਾਡਾ ਧਿਆਨ ਆਪਣੇ ਆਪ ਹੀ ਲੱਗਣ ਡੈ ਪੈਣਾ। ਕੋਸ਼ਿਸ਼ ਕਰਨ ਦੀ ਲੋੜ ਨਹੀਂ। ਮਨ ਭਟਕੇਗਾ, ਇੱਧਰ ਉੱਧਰ ਭੱਜੇਗਾ, ਪਰ ਇੱਕ ਗੱਲ ਯਾਦ ਰੱਖਿਓ, ਤੁਹਾਡਾ ਧਿਆਨ ਲੱਗ ਰਿਹਾ ਕਿ ਨਹੀਂ ਲੱਗ ਰਿਹਾ, ਇਹਦਾ ਕੇਵਲ ਇੱਕੋ ਹੀ ਤਰੀਕਾ ਹੈ ਜਿਹਦੇ ਨਾਲ ਇਹ ਚੀਜ਼ ਆਇਡੈਂਟੀਫਾਈ ਹੋ ਜਾਏਗੀ, ਪਤਾ ਲੱਗ ਜਾਏਗਾ, ਉਹ ਹੈ ਆਨੰਦ। ਦੇਖੋ ਜੇਕਰ ਤੁਹਾਡੇ ਮਨ ਨੂੰ ਆਨੰਦ ਨਹੀਂ ਨਾ ਪ੍ਰਾਪਤ ਹੋ ਰਿਹਾ, ਇਹ ਤੁਹਾਡੀ ਸਾਧਨਾ ਨਹੀਂ ਕਰੇਗਾ, ਬਿਲਕੁਲ ਨਹੀਂ ਕਰੇਗਾ। ਮਨ ਕੇਵਲ ਉਹ ਕੰਮ ਕਰਦਾ ਹੈ ਜਿੱਥੇ ਇਹਨੂੰ ਸੁੱਖ ਮਿਲਦਾ। ਮਨ ਵੱਡੇ ਸੁੱਖ ਨੂੰ ਪ੍ਰਾਪਤ ਕਰਨ ਦੇ ਲਈ ਛੋਟੇ ਸੁੱਖ ਦਾ ਤਿਆਗ ਕਰ ਸਕਦਾ ਹੈ। ਹੁਣ ਜਿੱਦਾਂ ਆਪਾਂ ਕੰਮ ਤੇ ਜਾਂਦੇ ਆ, ਦੁੱਖ ਹੈਗਾ ਤੁਹਾਨੂੰ ਵੀ ਪਤਾ, ਤਿਆਰ ਹੋ ਕੇ ਨਹਾ ਨੂ ਕੇ ਕੱਪੜੇ ਕੁਪੜੇ ਪਾ ਕੇ ਟਾਈਮ ਫਰੇਮ 'ਚ ਆਪਾਂ ਜਾਣਾ ਹੁੰਦਾ, ਉੱਥੇ ਜਾਈਦਾ। ਕਿਉਂ ਜਾਈਦਾ? ਕਿਉਂਕਿ ਮਨ ਕਹਿੰਦਾ ਕਿ ਉੱਥੇ ਤਨਖਾਹ ਮਿਲੂਗੀ, ਵੱਡਾ ਸੁੱਖ ਮਿਲੂਗਾ। ਇਸ ਕਰਕੇ ਛੋਟੇ ਸੁੱਖ ਦਾ ਇਹ ਤਿਆਗ ਕਰ ਦਿੰਦਾ ਹੈ। ਮਨ ਬਹੁਤ ਵੱਡਾ ਬਿਜ਼ਨਸਮੈਨ ਹੈ, ਬਿਨਾਂ ਮਤਲਬ ਦੇ ਕੁਛ ਕੰਮ ਨਹੀਂ ਕਰਦਾ। ਹੁਣ ਵੇਖੋ ਕਹਿੰਦੇ ਕਿ ਜਦੋਂ ਤੂੰ ਭਗਤੀ ਕਰੇਗਾ ਤੇ ਕੀ ਹੋਏਗਾ, ਤੇਰੀ ਲਿਵ ਲੱਗ ਜਾਏਗੀ ਹਰ ਦੇ ਨਾਲ, ਪਰਮਾਤਮਾ ਦੇ ਨਾਲ ਤੇਰਾ ਧਿਆਨ ਮਿਲ ਜਾਏਗਾ, ਤੂੰ ਭਗਤੀ ਲੀਨ ਹੋ ਜਾਏਗਾ, ਤੂੰ ਨਿਰਵਿਚਾਰ ਹੋ ਜਾਏਗਾ ਜੇਕਰ ਤੂੰ ਸ਼ੁਰੂਆਤ ਕਰਦਾ। ਠੀਕ ਹੈ ਜੀ। ਅਗਲੇ ਬੰਨੇ ਫਿਰ ਕਹਿ ਰਹੇ ਨੇ ਵਾਹ ਵਾਹ ਕਰਮੀ ਬੋਲੇ ਬੁਲਾਏ। ਇਹ ਕੀ ਕਹਿ ਰਹੇ ਨੇ ਭਾਜੀ? ਬੋਲਿਆ ਸੁਖਿੰਦਰ ਭਾਈ। ਹਾਂਜੀ, ਉਹ ਕਹਿੰਦੇ ਜੀ ਕਰਮ, ਹਾਂ ਵਾਹ ਵਾਹ ਕਰਮੀ, ਇਹ ਕਰਮਾਂ ਵਾਲੇ ਕੋਈ ਜਿਹੜੇ ਕੋਈ ਵਿਰਲੇ
ਜਿਨ੍ਹਾਂ ਦੇ ਕਰਮ ਜਿਨ੍ਹਾਂ ਨੇ ਬਣਾ ਲਏ ਜਾਂ ਬਣੇ ਹੋਏ ਨੇ ਜਾਂ ਬਣਾ ਰਹੇ ਨੇ, ਉਹਨਾਂ ਦੇ ਨਾਲ ਬੋਲੇ ਤੇ ਫਿਰ ਬੋਲਦਾ। ਉਹ ਉਸ ਤਰ੍ਹਾਂ ਜਿਵੇਂ ਬੁਲਾਉਂਦਾ ਉਵੇਂ ਬੋਲਦੇ ਆ। ਠੀਕ ਹੈ ਜੀ। ਫਿਰ ਉਹ ਕਹਿੰਦੇ ਆ ਕਿ ਤੁਹਾਡੀ ਜੇਕਰ ਬੰਦਗੀ ਉਸ ਦਿਸ਼ਾ ਦੇ ਵੱਲ ਜਾ ਰਹੀ ਆ, ਜਾਂ ਕਿਸੇ ਤੋਂ ਤੁਸੀਂ ਸਲਾਹ ਮਸ਼ਵਰਾ ਕੀਤਾ, ਜਾਂ ਤੁਹਾਨੂੰ ਕਿਸੇ ਨੇ ਮੱਤ ਦੇ ਦਿੱਤੀ ਹੈ, ਤੇ ਇਹ ਵੀ ਕਿਤੇ ਬਹੁਤ ਵੱਡੀ ਗੱਲ ਜੇ ਤੁਸੀਂ ਬੋਲਣਾ ਸ਼ੁਰੂ ਕਰਤਾ। ਕਿਉਂਕਿ ਕੋਈ ਕਿਸੇ ਜਗ੍ਹਾ ਤੋਂ ਤਾਂ ਪ੍ਰੇਰਨਾ ਮਿਲਦੀ ਹੈ ਨਾ। ਹੁਣ ਆਪ ਬਾਣੀ ਪੜ੍ਹਦੇ ਆ ਤੇ ਇੱਥੋਂ ਬਾਣੀ ਤੋਂ ਆਪਾਂ ਨੂੰ ਪ੍ਰੇਰਨਾ ਮਿਲਦੀ ਹੈ, ਤੇ ਉਹ ਪ੍ਰੇਰਨਾ ਤੇ ਮਿਲ ਗਈ, ਪਰ ਆਪਾਂ ਲਿਆ। ਗੁਰੂ ਜੀ ਤੇ ਆਪਣਾ ਜੀਵਨ ਬਤੀਤ ਕਰਕੇ ਚਲੇ ਗਏ ਨੇ। ਇਹਦਾ ਫਾਇਦਾ ਸਾਨੂੰ ਆ, ਇਹਦਾ ਫਾਇਦਾ ਸਾਨੂੰ ਹੀ ਆ। ਸਭ ਤੋਂ ਪਹਿਲੀ ਗੱਲ ਹੈ ਕਿ ਆਪਣੇ ਹੱਥੀਂ ਸਾਨੂੰ ਆਪਣਾ ਕਾਰਜ ਸਵਾਰਨਾ ਪੈਣਾ। ਜਿੱਦਾਂ ਤੁਹਾਡਾ ਕੋਈ ਮਸਲਾ ਰੁਕਿਆ, ਹੁਣ ਜਦ ਤੱਕ ਤੁਸੀਂ ਕੰਮ ਨਹੀਂ ਕਰਦੇ ਮਸਲਾ ਤੇ ਉੱਥੇ ਖਲੋਤਾ ਹੈ। ਗੁਆਂਢੀਆਂ ਨੇ ਥੋੜੀ ਕੰਪਲੀਟ ਕਰਨਾ ਹੈ। ਜਿਹੜਾ ਤੁਹਾਡਾ ਜੀਵਨ ਦਾ ਸਮੱਸਿਆ ਹੈ ਜਾਂ ਕੋਈ ਮਸਲਾ ਹੈਗਾ, ਤੁਹਾਨੂੰ ਉਹਨੂੰ ਖੁਦ ਹੀ ਹੱਲ ਕਰਨਾ ਪਊਗਾ। ਔਰ ਇਸ ਕਰਕੇ ਇਹ ਜਿਹੜੀ ਭਗਤੀ ਕਰਨੀ ਆ, ਬੰਦਗੀ ਕਰਨੀ ਆ, ਇਹ ਵੀ ਸਾਨੂੰ ਖੁਦ ਹੀ ਕਰਨੀ ਪਵੇਗੀ। ਤੇ ਇਹ ਸਹੀ ਆ ਜੀ। ਅਗਲੇ ਬੰਨੇ ਬੋਲੋ ਨਾਨਕ ਵਾਹ ਵਾਹ ਨਹੀਂ, ਵਾਹ ਵਾਹ ਕਰਤਿਆਂ ਸੋਭਾ ਪਾਏ ਜੀ। ਤੇ ਫਿਰ ਕਹਿੰਦੇ ਨਾਨਕ ਵਾਹ ਵਾਹ ਸਤ ਰਜਾਏ। ਉਹ ਕਹਿੰਦੇ ਇਹਦੇ ਨਾਲ ਸੋਭਾ ਹੋਣੀ ਹੈ, ਆਟੋਮੈਟਿਕਲੀ ਹੋਣੀ ਹੈ। ਜਦੋਂ ਤੁਸੀਂ ਕਰਦੇ ਰਹੋਗੇ, ਭਗਤੀ ਕਰੋਗੇ, ਇਹਦਾ ਰਿਜ਼ਲਟ ਤਾਂ ਆਣਾ ਹੀ ਹੈ ਰਸਤੇ ਦੇ ਵਿੱਚ। ਹਾਂਜੀ, ਬਿਲਕੁਲ ਸਹੀ ਹੈ ਜੀ। ਦੇਖੋ, ਸਭ ਤੋਂ ਪਹਿਲਾਂ ਹੈ ਕਿ ਤੁਹਾਨੂੰ ਸੋਭਾ ਮਿਲੇਗੀ। ਹੁਣ ਜਿਹੜਾ ਜਸ ਮਿਲਦਾ ਹੈ, ਜਸ ਭਾਜੀ ਮਿਲਦਾ ਨਹੀਂ, ਪਰ ਜਦੋਂ ਤੁਸੀਂ ਬੰਦਗੀ ਕੀਤੀ ਤੇ ਸੱਚੀ ਤੁਹਾਨੂੰ ਜਸ ਮਿਲੇ, ਪਰਮਾਤਮਾ ਦਾ ਜਸ। ਇਹ ਸੰਸਾਰੀ ਤੇ ਚਲੋ ਦਿੰਦੇ ਹੀ ਨੇ ਲੋਕ, ਥੋੜਾ ਬਹੁਤਾ ਤੁਹਾਨੂੰ ਦੇਣਗੇ ਹੀ, ਪਰ ਅਸਲੀ ਜਿਹੜੀ ਸੋਭਾ ਹੈ ਉਹ ਪਰਮਾਤਮਾ ਦੇ ਘਰ ਹੀ ਹੈ। ਪਰਮਾਤਮਾ ਦੇ ਘਰ ਸੋਭਾ 'ਚ ਫਿਰ ਕੀ ਹੁੰਦਾ ਹੈ ਕਿ ਪਰਮਾਤਮਾ ਤੁਹਾਨੂੰ ਨਾ ਵਿਰਾਗ ਰੂਪੀ ਇੱਕ ਦਾਨ ਦਿੰਦਾ ਹੈ। ਇਹ ਪਰਮਾਤਮਾ ਦੇ ਕੋਲ ਦਾਨ ਹੈਗਾ। ਇਹ ਆਮ ਬੰਦੇ ਕੋ ਨਹੀਂ ਹੈਗਾ, ਨਾ ਕਿਸੇ ਬੰਦੇ ਕੋ ਹੈਗਾ, ਨਾ ਕਿਸੇ ਧਾਰਮਿਕ ਸਥਾਨ ਤੇ ਹੈਗਾ। ਇਹ ਦਾਨ ਜਿਹੜਾ ਹੈ ਪਰਮਾਤਮਾ ਦਿੰਦਾ ਹੈ। ਜਦੋਂ ਤੁਸੀਂ ਭਗਤੀ ਕਰਦੇ, ਬੰਦਗੀ ਕਰਦੇ ਨਾ, ਤੇ ਹਰ ਦਿਨ ਉੱਥੇ ਜਾਂਦੇ ਜੋ ਨਾ ਆਤਮਾ ਦੇ ਰੂਪ 'ਚ, ਫਿਰ ਉੱਥੇ ਤੁਹਾਨੂੰ ਨਾ ਇੱਕ ਵਿਰਾਗ ਰੂਪੀ ਦਾਨ ਮਿਲਦਾ। ਇਹ ਦਾਨ ਦਿੰਦਾ, ਉਹ ਤੁਹਾਡੀ ਝੋਲੀ 'ਚ ਪਾ ਦਿੰਦਾ। ਜਿੱਦਣ ਤੁਹਾਡੀ ਜ਼ਿੰਦਗੀ 'ਚ ਵਿਰਾਗ ਰੂਪੀ ਦਾਨ ਮਿਲ ਗਿਆ, ਇਹ ਸੰਸਾਰ ਜਿਹੜਾ ਹੈ ਨਾ, ਇਹ ਤੁਹਾਡੀ ਸੁਰਤੀ ਨੂੰ ਖਿੱਚ ਨਹੀਂ ਸਕਦਾ। ਵਿਰਾਗ ਨੇ ਵੱਧਦੇ ਜਾਣਾ, ਵੱਧਦੇ ਜਾਣਾ। ਦੇਖੋ, ਇੱਕਦਮ ਵਿਰਾਗ ਹੀ ਨਹੀਂ ਜੋ ਪੈਦਾ ਹੁੰਦਾ। ਇਹ ਨਹੀਂ ਹੈ ਕਿ ਪਟਕ ਦੀ ਸੁੱਚ ਨੱਪਿਆ ਤੇ ਵਿਰਾਗ ਪੈਦਾ ਹੋ ਗਿਆ। ਏਦਾਂ ਦਾ ਕੋਈ ਸਿਸਟਮ ਨਹੀਂ ਹੈਗਾ। ਵਿਰਾਗ ਹੌਲੀ 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 ਵੱਧਦਾ ਜਾਂਦਾ। ਜਿੰਨਾ ਵਿਰਾਗ ਵੱਧਦਾ ਗਿਆ, ਉਹਨਾਂ ਸੰਸਾਰ ਦਾ ਜਿਹੜਾ ਪਕੜਿਆ ਗ੍ਰਿਪ ਹੈ ਉਹ ਘਟਦੀ ਜਾਂਦੀ। ਜਿੰਨਾ ਸੰਸਾਰ ਸਾਨੂੰ ਖਿੱਚ ਰਿਹਾ, ਸਮਝ ਲਓ ਕਿ ਸਾਡੇ ਅੰਦਰ ਵਿਰਾਗ ਜ਼ੀਰੋ ਆ। ਵਿਰਾਗ ਦਾ ਮਤਲਬ ਟੈਂਪਰੇਚਰ। ਇਹ ਵਿਰਾਗ ਦਾ ਟੈਂਪਰੇਚਰ ਵਧੇਗਾ ਤੇ ਤੁਹਾਡੇ ਅੰਦਰ ਹੀਟ ਆਵੇਗੀ। ਸੰਸਾਰ ਤੋਂ ਆਪਣੇ ਆਪ ਹੀ ਤੁਸੀਂ ਅਲੱਗ ਹੋ ਜਾਣਾ। ਜਿੱਦਾਂ ਮੱਖਣ ਦੇ ਵਿੱਚ ਵਾਲ ਹੁੰਦਾ, ਜਿੱਦਾਂ ਮਿਰਗਾਬੀ ਹੁੰਦੀ ਹੈ, ਜਿੱਦਾਂ ਕਮਲ ਹੁੰਦਾ, ਉਸੇ ਤਰ੍ਹਾਂ ਤੁਸੀਂ ਸੰਸਾਰ ਤੋਂ ਅਲੱਗ ਹੋ ਜਾਓਗੇ। ਰਹਿਣਾ ਸੰਸਾਰ ਦੇ ਵਿੱਚ ਹੀ ਆ, ਪਰ ਸੰਸਾਰ ਦੇ ਵਿੱਚ ਹੁੰਦਿਆਂ ਹੋਇਆਂ ਵੀ ਤੁਹਾਡੀ ਜਿਹੜੀ ਅਵਸਥਾ ਹੈ ਇੱਥੋਂ ਉੱਪਰ ਹੋ ਜਾਏਗੀ। ਠੀਕ ਹੈ ਜੀ। ਤੇ ਇਹ ਕਹਿੰਦੇ ਆ ਕਿ ਸੋਭਾ ਤੇ ਮਿਲੇਗੀ ਤੇ ਫਿਰ ਰਜਾਏ, ਸੱਤ ਰਜਾਏ। ਤੇ ਫਿਰ ਇਹਦਾ ਕੀ ਮਤਲਬ ਹੋਇਆ? ਇਹ ਕਹਿੰਦੇ ਜੀ ਉਹ ਫਿਰ ਉਹ ਜਿਹੜੇ ਉਸ ਪ੍ਰਮਾਤਮਾ, ਉਸ ਇਨਸਾਨ ਨੂੰ ਜਿਹੜਾ ਭਗਤੀ ਕਰਦਾ, ਉਹ ਫਿਰ ਪ੍ਰਮਾਤਮਾ ਦੀ ਰਜਾ ਦੇ ਵਿੱਚ ਹੀ ਜੋੜੀ ਰੱਖਦੀ ਹੈ। ਕਹਿੰਦੇ ਉਹ ਜਿਹੜੀ ਸਿਫਤ ਸਲਾਹ ਹੈ ਪ੍ਰਮਾਤਮਾ ਦੀ, ਉਹਦੀ ਰਜਾ ਦੇ ਵਿੱਚ ਜੋੜੀ ਰੱਖਦੀ ਹੈ। ਵੀ ਜੋ ਤੂੰ ਕਰ ਰਿਹਾ ਉਹ ਉਹਦੀ ਮੌਜ ਬਣੀ ਰਹਿੰਦੀ ਹੈ। ਸੁੱਖਾਂ ਰੂਪੀ ਜਿਹੜੀ ਰਾਤ ਗੁਜ਼ਰ ਰਹੀ ਹੈ, ਆਨੰਦ 'ਚ ਬੈਠਾ ਹੈ ਉਹ, ਤੇ ਬਸ ਉਹਦੀ ਰਜਾ 'ਚ ਉਹਨੂੰ ਲੈ ਕੇ ਬੈਠ ਗਿਆ। ਬਸ ਹੁਣ ਤੂੰ ਜਿਵੇਂ ਤੂੰ ਕਰਾਵੇਂ ਮਾਲਕਾ, ਬਸ ਉਹੀ ਮੇਰੇ ਵਾਸਤੇ ਸਭ ਸੱਤ ਹੈ। ਬਿਲਕੁਲ ਠੀਕ ਹੈ ਜੀ। ਇਹ ਚੀਜ਼ ਨੂੰ ਆਪ ਨੋਟਿਸ ਕਰੋ। ਜ਼ਿੰਦਗੀ 'ਚ ਨਾ ਮੈਂ ਅਨੁਭਵ ਕੀਤੀ ਹੈ ਜੀ। ਪੰਛੀ ਜਿਹੜੇ ਹੁੰਦੇ ਨੇ, ਰਿਜ਼ਕ ਨਹੀਂ ਆਪਣੇ ਪੱਲੇ ਪਾਉਂਦੇ, ਪਰ ਹਰ ਦਿਨ ਉਹਨਾਂ ਨੂੰ ਰਿਜ਼ਕ ਮਿਲਦਾ ਹੈ। आपने नोटिस किया 84 ਲੱਖ ਜੂਨ ਦਾ ਰਿਜ਼ਕ ਹਰ ਦਿਨ। ਉਹ ਰਾਤ ਨੂੰ ਸੌਂ ਜਾਂਦੇ ਨੇ, ਸ਼ਾਮ ਹੁੰਦੀ ਹੈ ਨਾ, ਆਰਾਮ ਦਿਨ ਘੁੰਮ ਫਿਰ ਕੇ ਫਿਰ ਅਗਲੇ ਦਿਨ ਫਿਰ ਤੁਰ ਪੈਂਦੇ ਆ, ਫਿਰ ਰਿਜ਼ਕ ਦੀ ਭਾਲ ਕਰ। ਔਰ ਜਿੱਥੇ ਉਹਨਾਂ ਦਾ ਰਿਜ਼ਕ ਹੈਗਾ ਉਹਨਾਂ ਨੂੰ ਮਿਲਦਾ ਹੈ। ਹੁਣ ਆਪ ਵੇਖੋ, ਤੁਹਾਡੇ ਲਾਗੇ ਬੰਨੇ ਨਾ, ਤੁਹਾਨੂੰ ਪਤਾ ਲੱਗੂਗਾ ਕਿ ਬਹੁਤ ਸਾਰੇ ਲੋਕਾਂ ਕੋਲ ਨੌਕਰੀਆਂ ਨਹੀਂ ਹੈਗੀਆਂ। ਉਹ ਨਿੱਤ ਆਪਣੇ ਰਿਜ਼ਕ ਦੀ ਤਲਾਸ਼ ਕਰਦੇ ਆ, ਪਰ ਉਹਨਾਂ ਨੂੰ ਰਿਜ਼ਕ ਮਿਲਦਾ ਹੈ। ਕਿਉਂਕਿ ਜਿਹੜਾ ਭੰਡਾਰੀ ਹੈ ਨਾ, ਇੱਕ ਭੰਡਾਰੀ ਜਿਹੜਾ ਹੈਗਾ, ਉਹ ਰਿਜ਼ਕ ਅਵੇਲੇਬਲ ਕਰਾ ਕੇ ਰੱਖਿਆ ਨੇ ਹਰ ਇੱਕ ਬੰਦੇ ਨੂੰ। ਜੇ ਨਾ ਰਿਜ਼ਕ ਦੇਵੇ ਤੇ ਇੱਥੇ ਦੁਨੀਆ ਤਬਾਹ ਹੋ ਜਾਏ। ਇੱਥੇ ਤੇ ਸਰਵਾਈਵ ਕਰਨਾ ਬੜਾ ਔਖਾ ਹੋਵੇ, ਪਰ
ਜਿਹੜੀ ਸ਼ਕਤੀ ਹੈਗੀ ਆ ਉਹਨੇ ਤੁਹਾਨੂੰ ਰਿਜ਼ਕ ਦੇਣਾ ਹੀ ਦੇਣਾ। ਠੀਕ ਹੈ ਜੀ। ਤੇ ਇਹ ਰਿਜ਼ਕ ਜਿਹੜਾ ਹੈ ਉਹ ਜਦੋਂ ਦਿੰਦਾ ਹੈ ਤੇ ਫਿਰ ਉਹ ਜੋ ਵੀ ਰੂਪ ਚ ਦਿੰਦਾ ਹੈ, ਉਹਦੀ ਜਿਹੜਾ ਬੰਦਾ ਉਹਨੂੰ ਸੱਚ ਸਮਝ ਕੇ ਉਹਨੂੰ ਗ੍ਰਹਿਣ ਕਰ ਲੈਂਦਾ ਹੈ, ਉਹ ਬੰਦੇ ਦਾ ਬਹੁਤ ਵੱਡਾ ਮਸਲਾ ਹੱਲ ਹੋ ਜਾਂਦਾ। ਦੇਖੋ ਪ੍ਰਮਾਤਮਾ ਦਿੰਦਾ ਹੈ ਨਾ, ਤੇ ਬੰਦੇ ਦੀ ਇੱਕ ਐਡਾ ਬੇਗੈਰਤ ਬੰਦਾ ਹੈ, ਇਹ ਕਦੇ ਵੀ ਨਾ ਉਹਦਾ ਸ਼ੁਕਰ ਨਹੀਂ ਕਰਦਾ। ਤੁਸੀਂ ਦੇਖੋਗੇ ਨਾ ਆਪਣੇ ਜੀਵਨ ਚ, ਨਜ਼ਰ ਮਾਰੋ, ਜੋ ਚੀਜ਼ਾਂ ਤੁਹਾਡੇ ਕੋਲ ਸੀ ਨਾ, ਅੱਜ ਬਹੁਤ ਕੁਛ ਆ ਗਿਆ। ਤੁਸੀਂ ਕਦੇ ਸ਼ੁਕਰ ਕੀਤਾ ਪ੍ਰਮਾਤਮਾ ਦਾ ਕਿ ਬੜਾ ਸ਼ੁਕਰ ਹੈ? ਇੱਕ ਟਾਈਮ ਸੀ ਤੁਹਾਨੂੰ ਜੀਵਨ ਸਾਥੀ ਨਹੀਂ ਮਿਲਦਾ, ਕਿੱਦਾਂ ਤਰਲੇ ਮਾਰਦੇ ਫਿਰਦੇ ਸੀ, ਚਾਹੇ ਔਰਤ ਚਾਹੇ ਮਰਦ। ਅੱਜ ਉਹ ਮਿਲ ਗਿਆ, ਤੁਹਾਨੂੰ ਕੋਈ ਕਦਰ ਨਹੀਂ ਉਹਦੀ, ਤੁਸੀਂ ਕਦੇ ਵੀ ਨਹੀਂ ਐਪਰੀਸ਼ੀਏਟ ਕੀਤਾ, ਨਾ ਪ੍ਰਮਾਤਮਾ ਨੂੰ ਥੈਂਕ ਯੂ ਕੀਤਾ। ਉਲਟਾ ਤੁਸੀਂ ਕੰਪਲੇਂਟ ਕਰਦੇ ਕਿ ਮੇਰੀ ਕੈਪੈਸਿਟੀ, ਮੇਰੀ ਕੈਪੇਬਿਲਿਟੀ ਜ਼ਿਆਦਾ ਸੀ, ਮੈਂ ਜ਼ਿਆਦਾ ਕੁਆਲੀਫਾਈਡ ਸੀ। ਪਰ ਜੇ ਤੁਸੀਂ ਇੰਨੇ ਕੁਆਲੀਫਾਈਡ ਸੀ ਤੇ ਪਹਿਲਾਂ ਉਹ ਚੀਜ਼ ਨੂੰ ਕਿਉਂ ਨਹੀਂ ਪ੍ਰਾਪਤ ਕਰ ਸਕੇ? ਇਹਦਾ ਮਤਲਬ ਸਾਡੀਆਂ ਇਨਕੈਪੇਬਿਲਿਟੀ ਸੀ, ਅਸੀਂ ਉਹ ਚੀਜ਼ ਨੂੰ ਪ੍ਰਾਪਤ ਨਹੀਂ ਕਰ ਸਕਦੇ। ਕੁਦਰਤ ਨੇ ਜੋ ਵੀ ਤੁਹਾਨੂੰ ਨੌਕਰੀ ਦਿੱਤੀ ਹੈ, ਜੋ ਤੁਹਾਨੂੰ ਬਿਜ਼ਨਸ ਦਿੱਤਾ ਹੈ ਨਾ, ਉਹਦਾ ਥੈਂਕ ਯੂ ਜ਼ਰੂਰ ਕਹੋ, ਚਾਹੇ ਛੋਟਾ ਹੀ ਕੰਮ ਦਿੱਤਾ। ਦੇਖੋ ਜਿੰਨਾ ਚਿਰ ਤੱਕ ਆਪਾਂ ਪ੍ਰਮਾਤਮਾ ਦਾ ਧੰਨਵਾਦ ਨਹੀਂ ਨਾ ਕਰਦੇ, ਉਹਨਾਂ ਚਿਰ ਤੱਕ ਪ੍ਰਮਾਤਮਾ ਦਾ ਆਸ਼ੀਰਵਾਦ ਨਹੀਂ ਮਿਲਦਾ। ਜਿਹੜਾ ਬੰਦਾ ਕੰਪਲੇਂਟ ਤੇ ਕੰਪਲੇਂਟ ਤੇ ਕੰਪਲੇਂਟ ਕਰੀ ਜਾਂਦਾ ਹੈ, ਉਹ ਕਦੇ ਵੀ ਪ੍ਰਮਾਤਮਾ ਦੀ ਖੁਸ਼ੀ ਪ੍ਰਾਪਤ ਨਹੀਂ ਕਰ ਸਕਦਾ। ਤੁਸੀਂ ਕਿੰਨੀ ਮਰਜ਼ੀ ਭਗਤੀ ਕਰਕੇ ਦੇਖ ਲਓ, ਤੁਸੀਂ ਕੁਛ ਵੀ ਕਰਕੇ ਦੇਖ ਲਓ, ਉਹਦੇ ਹੁਕਮ 'ਚ ਚੱਲਣ ਦਾ ਮਤਲਬ ਹੈ ਕਿ ਥਾਲੀ 'ਚ ਜੋ ਵੀ ਉਹਨੇ ਭੋਜਨ ਪਾਇਆ ਨਾ, ਉਹਨੂੰ ਗ੍ਰਹਿਣ ਕਰ ਲਓ। ਹੁਣ ਤੁਸੀਂ ਵੇਖੋ, ਤੁਸੀਂ ਘਰ ਜਾਓ, ਤੁਹਾਡੀ ਵਾਈਫ ਤੁਹਾਡੇ ਲਈ ਖਾਣਾ ਬਣਾ ਕੇ ਲਿਆਂਦਾ ਹੈ, ਤੁਸੀਂ ਰੌਲਾ ਪਾਈ ਜਾਓ, ਆਹ ਕੀ ਬਣਾਤਾ ਜੀ, ਏਦਾਂ ਕੀ ਕੀਤਾ ਜੀ, ਓਦਾਂ ਕਿਉਂ ਬਣਾਇਆ ਜੀ, ਏਦਾਂ ਕੋਈ ਲਿਆਂਦਾ ਜੀ। ਕੀ ਤੁਹਾਡੀ ਵਾਈਫ ਖੁਸ਼ ਹੋਊਗੀ? ਨਹੀਂ, ਬਿਲਕੁਲ ਨਹੀਂ ਖੁਸ਼ ਹੋਣਾ। ਇਸੇ ਲਈ ਮੈਂ ਖਾਸ ਕਰਕੇ ਆਪ ਜੀ ਨੂੰ ਹੁਣ ਵੀ ਕਹਿਣ ਲੱਗਾ, ਮੇਰੇ 'ਚ ਇੱਕ ਔਗਣ ਸੀ, ਮੈਂ ਝੂਠ ਛੱਡ ਦਿੰਦਾ ਸੀ, ਪਰ ਹੁਣ ਨਹੀਂ ਮੈਂ ਛੱਡਦਾ। ਬਹੁਤ ਸਾਲ ਹੋ ਹੁਣ ਮੇਰੇ ਸਾਹਮਣੇ ਕੋਈ ਝੂਠ ਛੱਡਦਾ ਵੀ ਹੈ ਤੇ ਮੈਨੂੰ ਕਹਿੰਦਾ ਵੀ ਹੈ ਕਿ ਨਹੀਂ, ਇਹ ਆ ਮਾੜੀ ਆਦਤ ਹੈ। ਕਿਉਂਕਿ ਜਿਹੜਾ ਤੇਰੀ ਥਾਲੀ ਦੇ ਵਿੱਚ ਭੰਡਾਰ ਆਇਆ ਨਾ, ਉਹ ਐਵੇਂ ਨਹੀਂ ਆ ਗਿਆ, ਬੜੇ ਲੋਕਾਂ ਦੀ ਮਿਹਨਤ ਹੋਈ ਹੈ। ਬੇਸ਼ੱਕ ਤੂੰ ਪੈਸੇ ਪੇ ਕੀਤੇ ਆ, ਉਹ ਤੂੰ ਕਮਾਈ ਕੀਤੀ ਆ, ਪਰ ਤੈਨੂੰ ਕਿਸੇ ਨੇ ਪੈਸੇ ਦਿੱਤੇ ਤਾਂ ਹੀ ਤੂੰ ਖਰੀਦ ਸਕਿਆ ਨਾ। ਹੁਣ ਇਹ ਜਿਹੜੀ ਚੀਜ਼ ਤੇਰੇ ਸਾਹਮਣੇ ਪਈ ਹੈ ਨਾ, ਇਹਦੇ ਵਿੱਚ ਜਿਹੜਾ ਤੂੰ ਅੰਨ ਭਗਵਾਨ ਤੇਰੇ ਗੜੀ ਪਿਆ, ਤੂੰ ਅੱਧੀ ਰੋਟੀ ਪੌਣੀ ਰੋਟੀ ਨੂੰ ਛੱਡ ਦਿੱਤਾ ਹੈ, ਉਹ ਅੰਨ ਭਗਵਾਨ ਖੁਸ਼ ਨਹੀਂ ਜਾਏਗਾ। ਇਸ ਕਰਕੇ ਥਾਲੀ 'ਚ ਓਨਾ ਹੀ ਅੰਨ ਲੈਣਾ ਵਾ ਜਿੰਨਾ ਤੁਸੀਂ ਖਾ ਸਕੋ, ਲਾਗੇ ਰੱਖੋ ਉਹਨੂੰ। ਕੜਛੀ ਇਸ ਲਈ ਹੁੰਦੀ ਹੈ, ਆਪਣੀ ਥਾਲੀ 'ਚ ਇੱਕ ਕੜਛੀ ਪਾਓ, ਉਹਨੂੰ ਖਤਮ ਕਰੋ, ਫਿਰ ਦੂਜਾ ਲਓ। ਇਸੇ ਤਰ੍ਹਾਂ ਹੀ ਅੰਨ ਹੈ। ਹਾਂ, ਉਹ ਥਾਲੀ 'ਚ ਰਹਿ ਗਿਆ, ਪਲੇਟ 'ਚ ਰਹਿ ਗਿਆ, ਉਹ ਗੱਲ ਵੱਖਰੀ ਹੈ, ਪਿਛਲਾ ਉਹ ਇੱਕ ਅਲੱਗ ਚੀਜ਼ ਹੈ। ਪਰ ਜਿਹੜਾ ਵੀ ਅੰਨ ਤੁਸੀਂ ਥਾਲੀ 'ਚ ਪਵਾ ਲਿਆ, ਉਹਨੂੰ ਗ੍ਰਹਿਣ ਕਰਨਾ ਹੈ, ਇਹ ਬਹੁਤ ਵੱਡਾ ਗੁਣ ਹੈ। ਸੋ ਇਸੇ ਤਰ੍ਹਾਂ ਜੀਵਨ ਹੈ। ਜੀਵਨ 'ਚ ਜੋ ਕੋਈ ਤੁਹਾਡੇ ਸਾਹਮਣੇ ਡਿਸਪਲੇ ਹੋਇਆ ਨਾ, ਉਹ ਦੇਖੋ, ਉਹ ਤੁਹਾਡਾ ਟਾਸਕ ਹੈਗੀ ਹੈ, ਤੁਹਾਨੂੰ ਉਹਨੂੰ ਕੰਪਲੀਟ ਕਰਨਾ ਪਊਗਾ। ਤੁਸੀਂ ਉੱਥੋਂ ਭੱਜ ਨਹੀਂ ਸਕਦੇ। ਇੱਕ ਚੀਜ਼ ਹੈ, ਜੇ ਤੁਸੀਂ ਭੱਜੋਗੇ ਨਾ, ਉਹ ਟਾਸਕ ਉੱਥੇ ਖਲੋਤੀ ਹੈ। ਇਸ ਕਰਕੇ ਸਟੈਪ ਬੈਕ ਨਹੀਂ ਕਰਨਾ, ਉਸ ਨੂੰ ਗ੍ਰਹਿਣ ਕਰਨਾ ਹੈ ਔਰ ਉਹਨੂੰ ਹੱਲ ਕਰਨਾ ਹੈ। ਅਗਲੇ ਬੰਨੇ ਚਲੇ ਸਰ ਜੀ। ਹਾਂਜੀ ਅਗਲਾ ਜੀ ਕਹਿੰਦੇ ਅੱਗੇ ਆ ਰਿਹਾ ਜੀ, ਮਹੱਲਾ ਤੀਜਾ। ਵਾਹੋ ਵਾਹੋ ਬਾਣੀ ਸੱਚ ਹੈ, ਗੁਰਮੁਖ ਲੱਦੀ ਭਾਲ। ਉਹ ਕਹਿ ਰਹੇ ਜੀ, ਇਹ ਜਿਹੜੀ ਇਹ ਪ੍ਰਮਾਤਮਾ ਦੀ ਸਿਫਤ ਸਲਾਹ ਦੀ ਜਿਹੜੀ ਬਾਣੀ ਹੈ, ਉਹ ਪ੍ਰਮਾਤਮਾ ਦਾ ਹੀ ਰੂਪ ਹੈ। ਉਹ ਬਾਣੀ ਕਿਉਂਕਿ ਸੱਚ ਦਾ ਹੀ ਰੂਪ ਹੈ। ਉਹ ਕਹਿੰਦੇ ਵਾਹੋ ਵਾਹੋ ਬਾਣੀ ਸੱਚ ਹੈ, ਗੁਰਮੁਖ ਲੱਦੀ ਭਾਲ। ਤੇ ਉਹ ਲੱਭੀ ਕਿਹਨਾਂ ਨੇ? ਕਹਿੰਦੇ ਉਹ ਜਿਹੜੇ ਗੁਰੂ ਦੇ ਰਾਹੀਂ, ਗੁਰਮੁਖ ਕੌਣ ਨੇ? ਜਿਹੜੇ ਗੁਰੂ ਦਾ ਜਿਨ੍ਹਾਂ ਨੇ ਯਾਤਰਾ ਕਰ ਲਈ, ਉਹਨਾਂ ਤੋਂ ਗਿਆਨ ਲੈ ਕੇ ਉਹਨਾਂ ਨੇ ਉਹਦੀ ਭਾਲ 'ਚ ਗਏ ਤੇ ਫਿਰ ਉਹਨਾਂ ਨੇ ਲੱਭ ਲਈ। ਕਹਿੰਦੇ ਫਿਰ ਕਹਿੰਦੇ ਵਾਹੋ ਵਾਹੋ ਸ਼ਬਦੇ ਉਚਰੈ। ਫਿਰ ਉਹ ਕਰਦੇ ਕੀ ਹੈ? ਉਹ ਵਾਹੋ ਵਾਹੋ ਹੀ ਫਿਰ ਉਚਰਨ ਲੱਗ ਜਾਂਦੇ ਆ ਗੁਰੂ ਦੇ ਸ਼ਬਦ ਰਾਹੀਂ। ਤੇ ਉਹ ਵਾਹੋ ਵਾਹੋ ਹਿਰਦੇ ਨਾਲ, ਉਹ ਕਿਹਦੇ ਨਾਲ? ਆਪਦੇ ਹਿਰਦੇ ਦੇ ਅੰਦਰ, ਉੱਤੋਂ ਨਹੀਂ, ਮਨ ਦੇ ਤਲ ਤੇ ਨਹੀਂ। ਉਹ ਕਹਿੰਦੇ ਆਪਣੇ ਹਿਰਦੇ ਦੇ ਵਿੱਚ ਵਸਾ ਕੇ ਉਹ ਜਿਹੜਾ ਵਾਹੋ ਵਾਹੋ ਸ਼ਬਦ ਜਿਹੜਾ ਉਚਰ ਰਹੇ ਨੇ। ਉਹ ਕਹਿੰਦੇ ਵਾਹੋ ਵਾਹੋ ਕਰਤਿਆਂ ਹਰ ਪਾਇਆ। ਫਿਰ ਹੋਇਆ ਕੀ? ਗੁਰਮੁਖਾਂ ਨੇ ਫਿਰ ਉਹ ਇੱਦਾਂ ਹੀ ਸਹਿਜੇ ਗੁਰਮੁਖ ਭਾਲ, ਉਹ ਸਹਿਜੇ ਕਰਦੇ ਕਰਦੇ ਹੀ ਉਹ ਵਿੱਚ ਹੀ ਗੁੰਮ ਹੋ ਗਏ ਉਹਦੇ। ਤੇ ਉਹ ਲੱਭਦੇ ਉਹਨਾਂ ਨੇ ਪ੍ਰਮਾਤਮਾ ਨੂੰ ਪਾ ਲਿਆ, ਉਹਦੀ ਸੁਤੇ ਸਲਾਹੀ ਲੱਭ ਲਿਆ ਉਹਨਾਂ ਨੇ, ਸਹਿਜ ਦੇ ਵਿੱਚ ਹੀ ਰਹਿ ਕੇ। ਸੇਵਡ ਭਾਗੀ ਨਾਨਕਾ ਹਰ ਹਰ ਹਿਰਦੇ ਸਮਾਲ। ਕਹਿੰਦੇ ਵੀ ਉਹ ਜਿਹੜੇ ਮਨੁੱਖ ਹੈ ਬਹੁਤ ਵੱਡੇ ਭਾਗਾਂ ਵਾਲੇ ਨੇ, ਜਿਨ੍ਹਾਂ ਨੇ
ਉਹ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਦੇ ਅੰਦਰ ਸੰਭਾਲਣਾ ਕੀਤੀ, ਤੇ ਉਹ ਕਰ ਰਹੇ ਨੇ ਸੰਭਾਲਣਾ। ਤੇ ਇਸੇ ਤਰ੍ਹਾਂ ਦੇ ਨਾਲ ਉਹਨਾਂ ਨੇ ਸਿਫਤ ਕਰਦਿਆਂ ਉਹਨਾਂ ਨੇ ਪ੍ਰਮਾਤਮਾ ਨੂੰ ਲੱਭ ਲਿਆ ਜੀ। ਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਫਿਰ ਕਹਿ ਰਹੇ ਨੇ ਕਿ ਜਿਹੜੀ ਅਪਰਾ ਵਿਦਿਆ ਹੈ ਉਹ ਵੀ ਕਹਿੰਦੇ ਆ ਸੱਚ ਹੈ। ਦੇਖੋ ਅਪਰਾ ਵਿਦਿਆ ਤੋਂ ਬਿਨਾਂ ਤੁਸੀਂ ਪਰਾ ਵਿਦਿਆ ਤੱਕ ਨਹੀਂ ਪਹੁੰਚ ਸਕਦੇ। ਇਹ ਬਾਣੀ ਜਿਹੜੀ ਲਿਖੀ ਹੁੰਦੀ ਹੈ, ਗ੍ਰੰਥ ਜਿਹੜੇ ਲਿਖੇ ਹੁੰਦੇ ਆ, ਇਹ ਸਭ ਅਪਰਾ ਵਿਦਿਆ। ਆਪਾਂ ਜਿੰਨੀ ਵੀ ਵਿਚਾਰ ਕਰਦੇ ਹਾਂ ਇਹ ਸਭ ਅਪਰਾ ਵਿਦਿਆ। ਅਪਰਾ ਵਿਦਿਆ ਇੱਕ ਸੀੜੀ ਹੈ, ਇੱਕ ਪੌੜੀ ਹੈ ਜਿਹੜੀ ਪਰਾ ਵਿਦਿਆ ਤੱਕ ਲੈ ਕੇ ਜਾਂਦੀ, ਆਤਮਾ ਤੱਕ ਲੈ ਕੇ ਜਾਂਦੀ। ਉਹ ਕਹਿੰਦੇ ਅਪਰਾ ਵਿਦਿਆ ਵੀ ਸੱਚ ਹੈ। ਤੇ ਇਹਦੇ ਵਿੱਚ ਜਿਹੜਾ ਭੇਦ ਆ, ਉਹਦੇ ਵਿੱਚ ਜਿਹੜਾ ਗਿਆਨ ਛੁਪਿਆ, ਉਹਨੂੰ ਲੱਭ ਕੇ ਅਸੀਂ ਆਪਣਾ ਜੀਵਨ ਸਫਲ ਕਰ ਲੈਂਦੇ ਹਾਂ। ਕਿਉਂਕਿ ਗੁਰੂਆਂ ਨੇ ਆਪਣਾ ਜੀਵਨ ਕੰਪਲੀਟ ਕਰਕੇ ਉਹ ਜਿੱਦਾਂ ਦਾ ਉਹਨਾਂ ਲਿਖਿਆ ਉਸੇ ਤਰ੍ਹਾਂ ਦਾ ਸੁੱਚਾ ਸਾਫ਼ ਸੁਥਰਾ ਜੀਵਨ ਬਤੀਤ ਕੀਤਾ ਔਰ ਭਵ ਸਾਗਰ ਤੋਂ ਅੱਗੇ ਲੰਘ ਗਏ। ਤੁਹਾਨੂੰ ਵੀ ਉਸੇ ਲੈਵਲ ਦਾ ਹੀ ਜੀਵਨ ਬਤੀਤ ਕਰਨਾ ਪੈਣਾ ਹੈ। ਉੱਥੇ ਤੁਸੀਂ ਪਲੱਸ ਮਾਈਨਸ ਕਰਕੇ ਨਹੀਂ ਚੱਲ ਸਕਦੇ। ਉਸ ਚੀਜ਼ ਦੇ ਉੱਤੇ ਜਦੋਂ ਤੁਸੀਂ ਥੋੜਾ ਜਿਹਾ ਅੱਗੇ ਚੱਲ ਪਏ ਨਾ, ਜਿਹੜਾ ਚੰਗਾ ਸਾਧਕ ਹੁੰਦਾ ਉਹਨੂੰ ਪਤਾ ਲੱਗ ਜਾਂਦਾ ਕਿ ਸਾਹਮਣੇ ਪ੍ਰਕਿਰਤੀ ਨੇ ਜਿਹੜਾ ਇਮਤਿਹਾਨ ਸੁੱਟਿਆ ਨਾ। ਦੇਖੋ ਪਹਿਲੀ ਗੱਲ ਤੇ ਤੁਹਾਡੀ ਜ਼ਿੰਦਗੀ 'ਚ ਜਿੰਨੇ ਵੀ ਇਮਤਿਹਾਨ ਹੈਗੇ ਨਾ, ਪ੍ਰਕਿਰਤੀ ਤੁਹਾਡੀ ਕਾਬਲੀਅਤ ਤੋਂ ਜ਼ਿਆਦਾ ਔਖਾ ਸਵਾਲ ਨਹੀਂ ਪਾਉਂਦੀ। ਉਹਨੂੰ ਪਤਾ ਤੁਸੀਂ ਹੱਲ ਕਰ ਲੈਣਾ। ਪ੍ਰਕਿਰਤੀ ਬਹੁਤ ਪਾਵਰਫੁਲ ਹੈ, ਬਹੁਤ ਜ਼ਿਆਦਾ ਜਾਣਦੀ ਹੈ, ਤੁਹਾਨੂੰ ਚੰਗੀ ਤਰ੍ਹਾਂ ਸਮਝਦੀ ਹੈ। ਇਸ ਕਰਕੇ ਤੁਹਾਡੀ ਜ਼ਿੰਦਗੀ 'ਚ ਜਿੰਨੇ ਵੀ ਸਵਾਲ ਨੇ ਨਾ, ਉਹ ਵੇਖੋ ਤੁਸੀਂ ਹੱਲ ਕਰ ਲਏ ਨੇ। ਕਿਉਂ ਕਰ ਲਏ ਨੇ? ਉਹਨੂੰ ਪਤਾ ਹੈ ਤੁਹਾਡੀ ਕਪੈਸਿਟੀ ਹੈ। ਪਹਿਲਾਂ ਨਹੀਂ ਸੀ ਪਤਾ ਤੁਹਾਨੂੰ ਕਿ ਮੇਰੇ ਅੰਦਰ ਇਹ ਕਪੈਸਿਟੀ ਹੈ, ਇਹ ਸਮੱਸਿਆ ਆਊਗੀ, ਐਡਾ ਵੱਡਾ ਮਸਲਾ ਆਊਗਾ, ਕਿੱਦਾਂ ਹੱਲ ਕਰਨਾ ਹੈ। ਪਰ ਜਦੋਂ ਪ੍ਰਕਿਰਤੀ ਸੁੱਟ ਦਿੰਦੀ ਹੈ ਫਿਰ ਤੁਹਾਡੇ ਅੰਦਰ ਉਹ ਸ਼ਕਤੀ ਆ ਜਾਂਦੀ ਹੈ, ਤੁਸੀਂ ਉਸ ਚੀਜ਼ ਤੋਂ ਅੱਗੇ ਲੰਘ ਜਾਂਦੇ। ਇਸੇ ਤਰ੍ਹਾਂ ਕਈ ਜ਼ਿੰਦਗੀ 'ਚ ਤੁਹਾਡੇ ਸਵਾਲ ਨੇ ਜਿਹੜੇ ਤੁਸੀਂ ਹੱਲ ਕਰ ਲਏ, ਕਿਉਂਕਿ ਪ੍ਰਕਿਰਤੀ ਨੂੰ ਪਤਾ ਹੈ ਕਿ ਤੁਸੀਂ ਹੱਲ ਕਰ ਸਕਦੇ। ਪੇਪਰ ਉਸ ਹਿਸਾਬ ਨਾਲ ਪਾਉਂਦੀ ਹੈ। ਠੀਕ ਹੈ ਜੀ। ਇਹ ਪਰਾ ਵਿਦਿਆ ਤੱਕ ਪਹੁੰਚਣਾ ਹੈ ਤੇ ਅਪਰਾ ਵਿਦਿਆ ਵੀ ਸੱਚ ਹੈ। ਇਹਦੇ ਵਿੱਚ ਭਾਲ ਕਰਨੀ ਹੈ। ਫਿਰ ਅਗਲੇ ਬੰਨੇ ਕਹਿੰਦੇ ਵਾਹੋ ਵਾਹੋ ਸ਼ਬਦ ਉਚਰੇ, ਵਾਹੋ ਵਾਹ ਹਿਰਦੇ ਨਾਲ। ਉਚਰੇ ਦਾ ਮਤਲਬ ਹੁੰਦਾ ਹੈ ਉਚਾਰਨ ਕਰਨਾ। ਠੀਕ ਹੈ ਜੀ। ਸ਼ਬਦ ਦਾ ਮਤਲਬ ਤੁਸੀਂ ਕੋਈ ਵੀ ਰੂਪ ਕਹਿ ਲਓ, ਵਾਹਿਗੁਰੂ ਕਹਿ ਲਓ, ਅੱਲਾ ਕਹਿ ਲਓ, ਰਾਮ ਕਹਿ ਲਓ। ਉਹਨੇ ਜਿੰਨਾ ਚਿਰ ਤੱਕ ਤੁਹਾਡਾ ਹਿਰਦਾ ਨਹੀਂ ਨਾ ਨਾਲ ਜੁੜਦਾ, ਉਹਨਾਂ ਚਿਰ ਤੱਕ ਵਾਹ ਵਾਹ ਵਾਲੀ ਗੱਲ ਨਹੀਂ ਜੇ ਬਣਦੀ। ਸ਼ਬਦ ਉਚਾਰਨ ਕਰਨਾ ਹੈ, ਤੁਹਾਡਾ ਹਿਰਦਾ ਨਾਲ ਜੁੜਨਾ ਬਹੁਤ ਜ਼ਰੂਰੀ ਹੈ। ਹਿਰਦੇ ਦਾ ਮਤਲਬ ਤੁਹਾਡਾ ਮਨ। ਮਨ ਜਿਹੜਾ ਇੱਕ ਆਤਮਾ ਤੱਤ ਦੇ ਵਿੱਚ ਜਦੋਂ ਸਥਿਰ ਹੁੰਦਾ ਹੈ, ਫਿਰ ਇਹ ਕੀ ਕਰਦਾ ਹੈ, ਇਹ ਨਾ ਇੱਧਰ ਤੇ ਨਾ ਉੱਧਰ, ਨਾ ਅੱਗੇ ਨਾ ਪਿੱਛੇ, ਇੱਕ ਜਗ੍ਹਾ ਤੇ ਰੁਕ ਜਾਂਦਾ। ਉਦੋਂ ਧਿਆਨ ਤੁਹਾਡਾ ਉੱਥੇ ਇਕੱਠਾ ਹੋ ਜਾਂਦਾ। ਹੁਣ ਜੇ ਤੁਸੀਂ ਉਚਾਰਨ ਕੀਤਾ ਸ਼ਬਦ ਤੇ ਹਿਰਦੇ ਦੇ ਨਾਲ ਉਚਾਰਨ, ਉਹਨੂੰ ਕਹਿੰਦੇ ਹਿਰਦੇ ਨਾਲ ਉਚਾਰਨ ਕੀਤਾ। ਜਦੋਂ ਤੁਸੀਂ ਨਿਰਵਿਚਾਰ ਹੋ ਕੇ ਕੋਈ ਭਗਤੀ ਕਰਦੇ ਜੋ, ਨਿਰਵਿਚਾਰ ਅਵਸਥਾ 'ਚ ਬਹਿੰਦੇ ਜੋ, ਇਹ ਹਿਰਦੇ ਤੋਂ ਵਿਚਾਰ ਭਗਤੀ ਕਰਨਾ ਆਖਦੇ ਨੇ। ਜਦੋਂ ਅਸੀਂ ਵਿਚਾਰਨ ਤੇ ਕਰਦੇ ਹਾਂ, ਸਾਡਾ ਮਨ ਵਿਚਾਰਾਂ 'ਚ ਭਟਕਦਾ ਹੈ, ਇਹ ਹਿਰਦੇ ਤੋਂ ਇਹ ਭਗਤੀ ਨਹੀਂ ਹੋ ਰਹੀ। ਇਹ ਕੇਵਲ ਸਰੀਰ ਲੈਵਲ ਤੇ ਭਗਤੀ ਹੋ ਰਹੀ ਹੈ। ਸਾਡਾ ਜਿਹੜਾ ਸੂਖਮ ਹਿਰਦਾ ਹੈ, ਸਾਡਾ ਮਨ ਆ, ਉੱਥੇ ਨਹੀਂ ਜੁੜਦਾ। ਠੀਕ ਹੈ ਜੀ। ਪਰ ਇੱਥੇ ਗੱਲ ਕੀਤੀ ਗਈ ਹੈ ਕਿ ਵਾਹ ਵਾਹ ਤਾਂ ਵਾਹ ਵਾਹ ਹੋਈ ਹੈ ਕਿ ਜੇਕਰ ਤੇਰਾ ਹਿਰਦਾ ਉਹ ਨਾਮ ਦਾ ਉਚਾਰਨ ਕਰੇ ਤੇ ਉਹਦੇ ਵਿੱਚ ਰਵੇ, ਅੱਗੇ ਪਿੱਛੇ ਨਾ ਜਾਵੇ। ਠੀਕ ਹੈ ਜੀ। ਫਿਰ ਅਗਲੇ ਬੰਨੇ ਫੇਰ ਸਮਝਾ ਰਹੇ ਨੇ ਕਿ ਵਾਹ ਵਾਹ ਕਰਦਿਆਂ ਹਰ ਪਾਇਆ ਸਹਿਜੇ ਗੁਰਮੁਖ ਪਾਲ। ਹੁਣ ਕਹਿੰਦੇ ਕਿ ਭਗਤੀ ਕਰਨ ਦੇ ਨਾਲ, ਤੂੰ ਜਦੋਂ ਹਿਰਦੇ ਨਾਲ ਭਗਤੀ ਕੀਤੀ ਫਿਰ ਕੀ ਹੋਊਗਾ? ਹਰ ਨੂੰ ਪਾਲਿਆ। ਪਾਲਿਆ ਕਿ ਪਹਿਲਾਂ ਗਵਾਚੇ ਸੀ? ਨਹੀਂ, ਉਹ ਤੇ ਗਵਾਚੇ ਨਹੀਂ ਸੀ, ਅਸੀਂ ਗਵਾਚੇ ਸੀ। ਅਸੀਂ ਬਾਹਰ ਮੁਖੀ ਪਦਾਰਥਾਂ ਨੂੰ ਆਪਣੇ ਜੀਵਨ ਦਾ ਮਕਸਦ ਬਣਾ ਲਿਆ। ਬਾਣੀ ਚ ਲੱਖ ਵਾਰੀ ਕਿਹਾ ਕਿ ਤੇਰੇ ਧੀਆਂ ਪੁੱਤ, ਤੇਰੇ ਭੈਣ ਭਰਾ, ਤੇਰਾ ਪਤਨੀ, ਤੇਰੀ ਪਤਨੀ, ਇਹ ਸਭ ਲੋੜਾਂ ਦੇ ਹੈ ਨੇ ਰਿਸ਼ਤੇ। ਪਰ ਸਾਨੂੰ ਅਕਲ ਨਹੀਂ ਆਉਂਦੀ, ਸਾਨੂੰ ਕਦੇ ਵੀ ਅਕਲ ਨਹੀਂ ਆਉਂਦੀ। ਕਿੰਨਾ ਵੀ ਲਿਖਿਆ ਬਾਣੀ ਚ, ਪਤਾ ਨਹੀਂ ਕਿੰਨੇ ਅੰਗ ਹੈਗੇ ਨੇ, 1430 ਅੰਗ ਨੇ। ਬਾਰ-ਬਾਰ ਉਹ ਗੱਲ ਲਿਖੀ ਹੈ, ਪਰ ਕੋਈ ਬੰਦਾ ਬਿਲੀਵ ਕਰਦਾ ਹੈ ਚੀਜ਼ ਤੇ, ਵਿਸ਼ਵਾਸ ਕਰਦਾ ਹੈ ਗੁਰੂਆਂ ਨੇ ਕਿਹਾ ਤੇ ਸੱਚੀ ਗੱਲ ਸਹੀ ਹੈ।
ਤੁਹਾਡੇ ਆਂਢ ਗੁਆਂਢ ਵੀ ਹੋ ਰਿਹਾ ਹੈ, ਪਰ ਬੰਦਾ ਮੋਹ ਦੇ ਵਿੱਚ ਇਹ ਚੀਜ਼ ਦੀ ਪਰਵਾਹ ਨਹੀਂ ਕਰਦਾ। ਇਹ ਜਿਹੜਾ ਜੀਵਨ ਹੈ ਨਾ, ਦੇਖੋ ਜਿਹੜਾ ਪ੍ਰਮਾਤਮਾ ਹੈ, ਪ੍ਰਮਾਤਮਾ ਤੁਹਾਨੂੰ ਉਦੋਂ ਮਿਲਣਾ ਹੈ ਜਦੋਂ ਤੁਸੀਂ ਪ੍ਰਮਾਤਮਾ ਦੀ ਭਗਤੀ ਕਰੋਗੇ। ਬਿਨਾਂ ਪ੍ਰਮਾਤਮਾ ਦੀ ਭਗਤੀ ਕੀਤਿਆਂ ਸਾਡੇ ਜਿਹੜਾ ਅੰਦਰ ਜਿਹੜੀ ਕਾਈ ਜੰਮੀ ਹੈ ਨਾ, ਭਰਮ ਦੀ ਕਾਈ, ਇਹ ਨਹੀਂ ਖਤਮ ਹੋ ਸਕਦੀ। ਕਿਉਂਕਿ ਕਾਈ ਕਿਸੇ ਨੇ ਗਵਾਂਢੀਆਂ ਨੇ ਨਹੀਂ ਇਕੱਠੀ ਕੀਤੀ, ਤੁਸੀਂ ਖੁਦ ਹੀ ਤੇ ਇਕੱਠੀ ਕੀਤੀ ਹੈ। ਜਿੱਦਾਂ ਰੇਸ਼ਮ ਦਾ ਕੀੜਾ ਹੈ, ਉਹ ਵੇਖੋ ਆਪਣੇ ਆਲੇ ਦੁਆਲੇ ਰੇਸ਼ਮ ਦਾ ਜਾਲਾ ਬਣਾਈ ਜਾਂਦਾ। ਇਸੇ ਹੀ ਤਰ੍ਹਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਰੂਪੀ ਜਿਹੜੇ ਜਾਲੇ ਹੀ ਬਣਾ ਲਏ ਆ, ਉਹਨੂੰ ਕਾਈ ਕਹਿ ਲਓ, ਉਹਨੂੰ ਜਾਲੇ ਕਹਿ ਲਓ। ਇਸ ਕਰਕੇ ਸਾਨੂੰ ਉਹ ਮੋਹ ਦੀਆਂ ਤੰਦਾਂ 'ਚ ਬੰਨ੍ਹ ਲੈਂਦੇ। ਨਸ਼ਾ ਕਰਨ ਵਾਲਾ ਵੇਖੋ ਨਸ਼ਾ ਕਿਉਂ ਨਹੀਂ ਛੱਡਦਾ? ਕਿਉਂਕਿ ਨਸ਼ੇ ਦੇ ਨਾਲ ਉਹ ਵੱਜ ਗਿਆ, ਉਹਨੂੰ ਇਕਾਗਰਤਾ ਮਿਲਦੀ ਹੈ। ਨਸ਼ਾ ਜਿਹੜਾ ਸ਼ਰਾਬ ਪੀਂਦਾ ਹੈ ਜਾਂ ਕੋਈ ਹੋਰ ਉਲਟੇ ਪੁਲਟੇ ਨਸ਼ੇ, ਦੁਨੀਆ ਭਰ ਦੇ ਨਸ਼ੇ, ਇਹ ਕੀ ਭਾਲਦੇ ਨੇ? ਆਹ ਜਿਹੜੀ ਭੰਗ ਭੁੰਗ, ਇਹ ਕੇਵਲ ਤੁਹਾਡੀ ਵਿਚਾਰ ਕਰਨ ਦੀ ਸ਼ਕਤੀ ਨੂੰ ਸਲੋ ਡਾਊਨ ਕਰ ਦਿੰਦੇ ਨੇ। ਉਹ ਕਹਿੰਦੇ ਨਾ ਕਿ ਸ਼ਰਾਬ ਪੀ ਕੇ ਫਿਰ ਉਹਨੂੰ ਸਾਰੇ ਦੋਸਤ ਲੱਗਦੇ ਨੇ, ਸੱਜਣ ਲੱਗਦੇ ਨੇ। ਕਿਉਂ ਲੱਗਦੇ ਨੇ? ਕਿਉਂਕਿ ਉਹ ਜਿਹੜੇ ਅੰਦਰ ਵਿਚਾਰ ਮੰਡਲ ਸੀ, ਜਿੱਥੇ ਬਹੁਤ ਜ਼ਿਆਦਾ ਵਿਚਾਰ ਸੀ, ਲੋੜ ਤੋਂ ਜ਼ਿਆਦਾ ਡਾਟਾ ਸੀ, ਜਿਹੜੀ ਬੁੱਧੀ ਮਨ ਨੂੰ ਮੰਨਣ ਨਹੀਂ ਦਿੰਦੀ। ਉਹ ਕਹਿੰਦੀ ਹੈ ਕਿ ਲੋਕ ਬਹੁਤ ਮਾੜੇ ਆ, ਪਰ ਉਹ ਹੁਣ ਜਦੋਂ ਕਮਜ਼ੋਰ ਹੋ ਗਈ ਹੈ, ਕਿਉਂਕਿ ਸੋਚਣ ਦੀ ਸ਼ਕਤੀ ਘਟ ਗਈ ਹੈ, ਤੇ ਫਿਰ ਤੁਹਾਨੂੰ ਨਾ ਤੁਹਾਡੇ ਦੁਸ਼ਮਣ ਘਟ ਜਾਣਗੇ। ਜਦੋਂ ਨਸ਼ਾ ਤੁਹਾਨੂੰ ਵੱਧਦਾ ਗਿਆ, ਜਦੋਂ ਨਸ਼ਾ ਫਿਰ ਘਟ ਗਿਆ, ਫਿਰ ਤੁਹਾਡੇ ਲਾਗੇ ਬਹੁਤ ਸਾਰੇ ਫਾਲਤੂ ਦੇ ਲੋਕ ਆ ਜਾਣੇ ਆ। ਇਹ ਲੋਕ ਕੀ ਕਰਦੇ ਆ? ਬਾਰ-ਬਾਰ ਨਸ਼ਾ ਕਿਉਂ ਕਰਦੇ ਆ? ਕਿਉਂਕਿ ਇਹ ਚਾਹੁੰਦੇ ਨੇ ਕਿ ਕਿਸੇ ਤਰੀਕੇ ਨਾਲ ਵਿਚਾਰ ਘਟ ਜਾਣ। ਤੇ ਬ੍ਰਹਮ ਗਿਆਨੀ ਕੀ ਕਹਿੰਦੇ ਆ? ਉਹ ਕਹਿੰਦੇ ਮਨ ਤੋਂ ਅੱਗੇ ਲੰਘ ਜਾਓ। ਉਹ ਕਹਿੰਦੇ ਨਿਕਲ ਜਾ ਅਕਲ ਸੇ ਆਗੇ, ਜੇ ਚਰਾਗੇ ਰਾਹ ਹੈ ਮੰਜ਼ਿਲ ਨਹੀਂ। ਉਹ ਕਹਿੰਦੇ ਅਕਲ ਤੋਂ ਅੱਗੇ ਲੰਘ। ਇਹ ਸੰਸਾਰ ਦਾ ਜਿਹੜਾ ਨਾਰਮਲ ਬੰਦਾ ਹੁੰਦਾ ਹੈ, ਇਹਦੇ 'ਚ ਇੰਨੀ ਸ਼ਕਤੀ ਨਹੀਂ ਹੁੰਦੀ। ਇਹ ਮਨ ਤੋਂ ਤੇ ਅੱਗੇ ਤੇ ਨਹੀਂ ਲੰਘ ਸਕਦਾ, ਇਹ ਮਨ ਤੋਂ ਥੱਲੇ ਡਿੱਗ ਜਾਂਦਾ ਨਸ਼ਾ ਕਰ। ਹਰ ਕੋਈ ਬੰਦਾ ਜਿਹੜਾ ਇਹ ਸੁੱਖ ਦੀ ਭਾਲ ਕਰ ਰਿਹਾ, ਇਹ ਸਮਝ ਲਓ ਕਿ ਨਸ਼ੇ ਦੀ ਹੀ ਭਾਲ ਕਰ ਰਿਹਾ, ਹੋਰ ਕੁਛ ਨਹੀਂ ਹੈ। ਪਰ ਉਹ ਆਤਮਾ ਦਾ ਸੁੱਖ ਤੇ ਲੈ ਨਹੀਂ ਸਕਦਾ, ਕਿਉਂਕਿ ਹਜੇ ਧਿਆਨ ਹੀ ਨਹੀਂ ਉੱਧਰ। ਸੰਗਤ ਵੀ ਉਦਾਂ ਦੀ ਆ। ਪਰ ਉਹ ਕੀ ਕਰਦਾ ਹੈ? ਉਹ ਆਤਮਾ ਦਾ ਜਿਹੜਾ ਸੁੱਖ ਮਿਲਣਾ ਸੀ, ਉਸ ਸੁੱਖ ਨੂੰ ਕਿਸੇ ਸੰਸਾਰ ਦੇ ਪਦਾਰਥ ਦੇ ਰਾਹੀਂ ਪੂਰਾ ਕਰ ਲੈਂਦਾ। ਜਿੱਦਾਂ ਬੱਚਾ ਹੈ, ਹੁਣ ਬੱਚੇ ਨੂੰ ਅਸਲ 'ਚ ਚਾਹੀਦਾ ਮਾਂ ਦਾ ਥਣ, ਉਹਦੇ ਵਿੱਚ ਦੁੱਧ ਪੀਂਦਾ। ਉਹ ਨਹੀਂ ਮਿਲਿਆ ਤੇ ਹਾਰ ਕੇ ਉਹਨੇ ਅੰਗੂਠਾ ਹੀ ਮੂੰਹ 'ਚ ਪਾ ਲਿਆ, ਨਕਲੀ। ਇਸੇ ਤਰ੍ਹਾਂ ਇਹ ਜਿੰਨੇ ਵੀ ਲੋਕ ਤੁਹਾਨੂੰ ਸੰਸਾਰ ਦੇ ਵਿੱਚ ਵਿਚਾਰੇ ਭਟਕਦੇ ਦਿਖਾਈ ਦਿੰਦੇ ਨਾ, ਕੋਈ ਚਾਹੇ ਪੈਸੇ ਦੇ ਪਿੱਛੇ ਭੱਜ ਰਿਹਾ, ਚਾਹੇ ਕੋਈ ਔਰਤ ਦੇ ਜਾਂ ਮਰਦ ਦੇ ਪਿੱਛੇ ਭੱਜ ਰਿਹਾ, ਜਾਂ ਕੋਈ ਰੁਤਬੇ ਦੇ ਪਿੱਛੇ ਭੱਜ ਰਿਹਾ, ਇਹ ਸਭ ਲੋਕ ਆਪਣੇ ਆਪ ਨੂੰ ਉਸ ਨਕਲੀ ਉਹ ਥਣ ਦੇ ਨਾਲ ਥੋੜਾ ਜਿਹਾ ਬਹਿਲਾਉਣਾ ਚਾਹੁੰਦੇ ਨੇ, ਆਪਣੇ ਆਪ ਨੂੰ ਰੋਕਣਾ ਚਾਹੁੰਦੇ। ਔਰ ਇਹਨਾਂ ਦੀ ਪਿਆਸ ਉਹੀ ਆ, ਜਦੋਂ ਚੀਜ਼ ਮਿਲ ਜਾਂਦੀ ਆ ਫਿਰ ਉਸ ਤੋਂ ਬਾਅਦ ਇਹਨਾਂ ਗਾਂਹ ਤੁਰਨਾ ਹੁੰਦਾ, ਕਿਉਂਕਿ ਇਹ ਪ੍ਰਕਿਰਤੀ ਏਦਾਂ ਹੀ ਕੰਮ ਕਰਦੀ ਹੈ। ਫਿਰ ਅਗਲੇ ਬੰਨੇ ਦੇਖੀਏ, ਫਿਰ ਕਹਿੰਦੇ ਵਾਹ ਵਾਹ ਕਰਦੇ ਹਰ ਪਾਇਆ ਸਹਿਜੇ ਗੁਰਮੁਖ ਪਾਲ। ਫਿਰ ਗੁਰਮੁਖੀ ਕਰਦੇ ਆ ਸਹਿਜ ਨੂੰ, ਉਹ ਹਰ ਨੂੰ ਪਾਲ ਕਹਿੰਦੇ। ਸਹਿਜ ਮਤਲਬ ਬਹੁਤ ਆਸਾਨੀ ਦੇ ਨਾਲ ਹੀ ਪਾਲ ਕਰਦੇ। ਕੋਈ ਮੁਸ਼ਕਿਲ ਤਾਂ ਕੰਮ ਥੋੜੀ ਹੈਗਾ, ਇਹ ਤਾਂ ਬਹੁਤ ਕੰਮ ਆਸਾਨ ਹੈ। ਪਰ ਜੇਕਰ ਔਖਾ ਕਰਨਾ ਚਾਹੋ ਤੇ ਦੁਨੀਆ ਦਾ ਸਭ ਤੋਂ ਮੁਸ਼ਕਿਲ ਕੰਮ। ਫਿਰ ਕਹਿੰਦੇ ਸੇ ਵਡਭਾਗੀ ਨਾਨਕਾ ਹਰ ਹਰ ਹਿਰਦੇ ਸੰਭਾਲ। ਕਹਿੰਦੇ ਵਡਭਾਗੀ ਕੌਣ ਆ? ਜਿਨ੍ਹਾਂ ਨੇ ਪ੍ਰਮਾਤਮਾ ਦੀ ਬੰਦਗੀ ਕੀਤੀ। ਇੱਥੇ ਇਹ ਨਹੀਂ ਲਿਖਿਆ ਕਿ ਜਿਨ੍ਹਾਂ ਨੇ ਧਨ ਦੌਲਤ ਇਕੱਠਾ ਕਰ ਲਿਆ ਉਹ ਬੜੇ ਚੰਗੇ ਭਾਗਾਂ ਵਾਲੇ। ਦੇਖੋ ਬਾਣੀ ਕਿੱਦਾਂ ਸਾਨੂੰ ਸਮਝਾ ਕੇ ਗਈ ਹੈ, ਪਰ ਇਸ ਗੱਲ ਤੇ ਕੋਈ ਆਪਣਾ ਜੀਵਨ ਕਿੰਨਾ ਕੁ ਚੱਲਦਾ ਹੈ, ਇਹ ਸਾਨੂੰ ਸੋਚਣ ਦੀ ਲੋੜ ਹੈ। ਉਹ ਕਹਿੰਦੇ ਆ ਕਿ ਸੇ ਵਡਭਾਗੀ, ਵੱਡੇ ਭਾਗਾਂ ਵਾਲੇ ਨੇ। ਉਹ ਕਿਉਂ ਸਾਨੂੰ ਲੈ ਕੇ ਗਏ ਨੇ? ਆਪ ਤੋਂ ਚੱਲ ਗਏ ਨੇ, ਪਰ ਕਹਿੰਦੇ ਬਹੁਤ ਵੱਡੇ ਭਾਗਾਂ ਨੇ ਜਿਹੜੇ ਬੰਦਗੀ ਕਰਦੇ ਆ, ਜਿਹੜੇ ਆਪਣੇ ਆਪ ਦੀ ਖੋਜ ਕਰਦੇ ਆ, ਜਿਹੜਾ ਜਾਣਨਾ ਚਾਹੁੰਦੇ ਆ ਕਿ ਮੈਂ ਧਰਤੀ ਤੇ ਕਿਉਂ ਆਇਆ, ਮੈਂ ਕੀ ਕਰਦਾ ਫਿਰਦਾ, ਮੇਰੇ ਜੀਵਨ ਦਾ ਮਕਸਦ ਕੀ ਹੈ। ਪਰ ਜ਼ਿਆਦਾਤਰ 99% ਜਿਹੜਾ ਬੰਦੇ ਦਾ ਮਕਸਦ ਹੈ ਕੇਵਲ ਤਨ ਦੀ ਜ਼ਰੂਰਤ ਪੂਰੀ ਕਰਨੀ। ਹੁਣ ਆ ਡਿਪਰੈਸ਼ਨ, ਐਂਗਜ਼ਾਇਟੀ ਕਿਉਂ ਵੱਧ ਰਹੀ ਹੈ? ਕਿਉਂ ਲੋਕ ਡਿਪਰੈਸ਼ਨ 'ਚ ਜਾਂਦੇ ਨੇ? ਕਿਉਂ ਚਿੰਤਾ ਦੇ ਵਿੱਚ ਆਪਣਾ ਜੀਵਨ ਬਤੀਤ ਕਰਦੇ ਨੇ? ਕਿਉਂ ਚਿੰਤਾ ਹੋ ਰਹੀ ਹੈ? ਕਿਉਂ ਆਪਣੇ ਆਪ ਨੂੰ ਇਨਸਾਨ ਕੱਲਾ ਬੋਰ ਕਿਉਂ ਫੀਲ ਕਰਦਾ? ਜਿਹੜਾ ਬੰਦਾ ਸ਼ਰਾਬ ਪੀਂਦਾ ਅਸਲ 'ਚ ਉਹ ਬੰਦਾ ਕੱਲਾ ਵਾ, ਉਹ ਆਪਣੇ ਇਕੱਲੇਪਨ ਨੂੰ ਲੁਕਾਉਣ ਦੇ ਲਈ ਸ਼ਰਾਬ ਪੀਂਦਾ। ਹੋਰ ਕੋਈ ਵਿਚਾਰੇ ਕੋਈ ਸੋਰਸ ਹੀ ਨਹੀਂ ਹੈਗਾ। ਉਸਨੇ ਫਿਰ ਸ਼ਰਾਬ ਨੂੰ ਦੋਸਤ ਬਣਾ ਲਿਆ, ਸ਼ਾਮੀ 2-4 ਪੈਗ ਮਾਰਦਾ ਤੇ ਉਹਦਾ ਮਨ ਥੋੜਾ ਸ਼ਾਂਤ ਹੋ ਜਾਂਦਾ ਹੈ। ਬਸ ਉਹ ਏਦਾਂ ਹੀ ਸਮਾਂ ਕੱਢੀ ਜਾ ਰਿਹਾ। ਹੋਰ ਕੀ ਕਰ ਰਿਹਾ ਵਿਚਾਰਾ?
ਪਰ ਜਿੰਨਾ ਚਿਰ ਤੱਕ ਤੁਸੀਂ ਆਤਮਾ ਨੂੰ ਨਹੀਂ ਸਿਮਰਦੇ, ਉਹਨੂੰ ਨਹੀਂ ਸੰਭਾਲਦੇ, ਤੁਸੀਂ ਵਡਭਾਗੀ ਨਹੀਂ ਜਾਓਗੇ, ਚੰਗੇ ਭਾਗ ਵਾਲੇ ਨਹੀਂ। ਕਿਉਂਕਿ ਇਹ ਸੰਸਾਰ ਤੇ ਫਿਰ ਸਾਰੇ ਥੋੜੀ ਵਡਭਾਗੀ ਹੈਗੇ ਨੇ, ਕੇਵਲ ਉਹ ਵਡਭਾਗੀ ਨੇ। ਸੱਸੇ ਨੂੰ ਲਾਂ ਲੱਗੀ ਆ ਕੇਵਲ ਜਿਹੜੇ ਬੰਦਗੀ ਕਰ ਰਹੇ। ਦੇਖੋ ਦੋ ਹੀ ਚੀਜ਼ਾਂ ਮਿਲਣੀਆਂ, ਇੱਕ ਮਾਇਆ ਮਿਲਣੀ ਹੈ ਤੇ ਇੱਕ ਰਾਮ ਮਿਲਣਾ ਹੈ। ਹੁਣ ਇਹ ਚੁਆਇਸ ਤੁਹਾਡੀ ਹੈ। ਮਾਇਆ ਆਟੋਮੈਟਿਕਲੀ ਤੁਹਾਡੇ ਜੀਵਨ ਚ ਆ ਜਾਣੀ ਆ ਜੇ ਤੁਸੀਂ ਰਾਮ ਦੀ ਭਗਤੀ ਕੀਤੀ ਹੈ, ਤੇ ਜੇ ਤੁਸੀਂ ਇਕੱਲੀ ਮਾਇਆ ਦੀ ਭਗਤੀ ਕੀਤੀ ਫਿਰ ਇਕੱਲੀ ਮਾਇਆ ਹੀ ਮਿਲਣੀ ਆ, ਰਾਮ ਨਹੀਂ ਮਿਲਣਾ। ਹਾਂ, ਮਾਇਆ ਤੁਹਾਨੂੰ ਓਨੀ ਮਿਲੂਗੀ ਜਿੰਨੀ ਤੁਹਾਨੂੰ ਜ਼ਰੂਰਤ ਆ, ਲੋੜ ਤੋਂ ਜ਼ਿਆਦਾ ਅੰਬਾਰ ਨਹੀਂ ਲੱਗਣਗੇ, ਮਤਲਬ ਜਿੰਨੀ ਤੁਹਾਡੀ ਜ਼ਰੂਰਤ। ਹਾਂਜੀ, ਅੱਗੇ ਚੱਲੀਏ ਸਰ। ਹਾਂਜੀ, ਅੱਗੇ ਵੀ ਉਹੀ ਜਿਹੜੀ ਹੁਣ ਤੁਸੀਂ ਗੱਲ ਕਰ ਰਹੇ ਹੋ ਉਸੇ ਦੀ ਗੱਲ ਗੁਰੂ ਸਾਹਿਬ ਕਰ ਰਹੇ ਨੇ ਪੌੜੀ ਦੇ ਵਿੱਚ। ਕਹਿੰਦੇ ਪੌੜੀ ਇਹ ਮਨਾ ਅਤ ਲੋਭੀਆ ਨਿਤ ਲੋਭੇ ਰਾਤਾ। ਤੇ ਤੂੰ ਕਹਿੰਦੇ ਬਹੁਤ ਲੋਭੀ ਮਨ ਹੈ ਤੂੰ ਬਈ, ਇਹ ਮਨਾ ਤੂੰ ਸਦਾ ਲੋਭ 'ਚ ਹੀ ਪਿਆ ਰਹਿਣਾ, ਤੈਨੂੰ ਹੋਰ ਕੋਈ ਕੰਮ ਨਹੀਂ, ਦਿਨ ਰਾਤ ਰੱਤਿਆ ਪਿਆ ਤੂੰ ਲੋਭ ਦੇ ਵਿੱਚ। ਮਾਇਆ ਮਨਸਾ ਮੋਹਣੀ ਦਹਿ ਦਿਸ ਫਿਰਾਤਾ। ਕਹਿੰਦੇ ਉਹ ਮਾਇਆ ਜਿਹੜੀ ਦੇ ਰਾਹ ਦੀ ਇੱਛਾ ਦੇ ਕਾਰਨ, ਤ੍ਰਿਸ਼ਨਾ ਦੇ ਕਾਰਨ ਤੂੰ ਦਸਾਂ ਦਿਸ਼ਾਵਾਂ 'ਚ ਭੱਜਿਆ ਫਿਰਦਾ, ਇੱਧਰੋਂ ਵੀ ਇਕੱਠੀ ਕਰ ਲਾ, ਉੱਧਰੋਂ ਵੀ ਇਕੱਠੀ ਕਰ ਲਾ, ਇਹਨੂੰ ਵੀ ਭੋਗ ਲਾਂ, ਉਹ ਵੀ ਭੋਗ ਲਾਂ। ਪਰ ਉਹ ਕਹਿੰਦੇ ਇਹਦਾ ਕੋਈ ਫਾਇਦਾ ਨਹੀਂ ਹੈ। ਉਹ ਕਹਿੰਦੇ ਅੱਗੇ ਨਾਉ ਜਾਤ ਨਾ ਜਾਏ ਸੀ ਨਾ, ਕਹਿੰਦੇ ਇਹ ਮਨਮੁਖ ਦੁੱਖ ਖਾਤਾ। ਕਹਿੰਦੇ ਇਹ ਮਨਮੁਖ ਮਨਾ ਦਰਗਾਹ ਦੇ ਵਿੱਚ ਜਦ ਤੂੰ ਅੱਗੇ ਜਾਣਾ ਨਾ, ਤੂੰ ਅੱਗੇ ਦੀ ਫਿਕਰ ਦੇਖ, ਤੂੰ ਉੱਥੇ ਤੇਰਾ ਨਾਮ ਜਾਣਾ, ਨਾ ਕੋਈ ਵੱਡਾ ਦਰਗਾਹ 'ਚ ਤੇਰਾ ਵੱਡਾ ਨਾਮ ਹੈ ਜਿਹੜਾ ਤੂੰ ਆਪਦਾ ਬਣਾਈ ਫਿਰਦਾ ਹੈ ਕਿ ਮੈਂ ਐਡਾ ਅਹੁਦਾ, ਮੇਰਾ ਇੰਨਾ ਰੁਤਬਾ, ਇੰਨੀ ਮੇਰੀ ਉੱਚੀ ਜਾਤ। ਕਹਿੰਦੇ ਉਹ ਨਹੀਂ ਜਾਣੇ। ਤੇ ਇਹ ਕਹਿੰਦੇ ਜੇ ਤੂੰ ਇਹਨਾਂ ਦੇ ਵਿੱਚ ਖਚਤ ਰਿਹਾ ਨਾ ਤਾਂ ਫਿਰ ਦੁੱਖ ਹੀ ਪਾਏਗਾ। ਤੇ ਕਹਿੰਦੇ ਅੱਗੇ ਕਹਿੰਦੇ ਰਸਨਾ ਹਰ ਰਸ ਨਾ ਚਾਖਿਓ। ਕਹਿੰਦੇ ਤੂੰ ਉਹ ਪਰਮਾਤਮਾ ਦਾ ਜਿਹੜਾ ਨਾਮ ਦਾ ਸਵਾਦ ਤੂੰ ਨਹੀਂ ਚਖਿਆ ਤੇ ਤੂੰ ਫੀਕਾ ਬੋਲਾਤਾ। ਕਹਿੰਦੇ ਫਿੱਕਾ ਹੀ ਬੋਲਦਾ ਰਿਹਾ। ਕਿਉਂ? ਜਿਹੜਾ ਨਿਰੰਕਾਰ ਤੋਂ ਬਿਨਾਂ ਸਭ ਫਿੱਕਾ ਹੀ ਹੈ, ਉੱਥੇ ਰਸ ਤਾਂ ਹੈ ਹੀ ਨਹੀਂ, ਉਹ ਟੈਂਪਰੇਰੀ ਹੈ, ਉਹੀ ਕਰਦਾ ਰਿਹਾ। ਕਹਿੰਦੇ ਤੂੰ ਉਹੀ ਬੋਲਦਾ ਰਿਹਾ ਉਹੀ। ਤੇ ਕਹਿੰਦੇ ਜਿਨ੍ਹਾਂ ਗੁਰਮੁਖ ਅੰਮ੍ਰਿਤ ਚਾਖਿਆ। ਕਹਿੰਦੇ ਹੁਣ ਤੂੰ ਉਧਰ ਦੇਖ, ਜਿਹੜੇ ਗੁਰਮੁਖਾਂ ਨੇ ਅੰਮ੍ਰਿਤ ਚਾਖ ਲਿਆ ਸੇ ਜਨ ਤ੍ਰਿਪਤਾਤਾ, ਉਹਨਾਂ ਦੀ ਤ੍ਰਿਪਤੀ ਹੋਈ ਹੈ ਅਸਲ, ਉਹ ਜਨਾਂ ਦੀ। ਜੀ ਵੀਰ ਜੀ। ਹਾਂਜੀ, ਦੇਖੋ ਫਿਰ ਬਾਣੀ ਉੱਥੇ ਆ ਗਈ ਨਾ, ਇਹ ਮਨ ਅਤ ਲੋਭੀ। ਅੱਤ ਦਾ ਕਹਿੰਦੇ ਨੇ ਕਿ ਅੱਤ ਤੇ ਤਤ ਦਾ ਵੈਰ ਹੁੰਦਾ। ਅੱਤ ਦਾ ਮਤਲਬ ਬਹੁਤ ਜ਼ਿਆਦਾ ਲਿਮਟ ਤੋਂ ਅੱਗੇ ਚੱਲ ਜਾਂਦਾ। ਮਨ ਕੀ ਕਹਿੰਦੇ ਆ? ਕਹਿੰਦੇ ਮਨਾ ਅਤ ਲੋਭੀ ਨਿਤ ਲੋਭੇ ਰਾਤਾ। ਨਿਤ ਦਾ ਮਤਲਬ ਹੁੰਦਾ ਹੈ ਯਾਰ ਇਹਦਾ ਨਿਤ ਦਾ ਹੀ ਕੰਮ ਹੈ, ਜਦੋਂ ਵੇਖੋ ਇਹਨੇ ਆ ਕੰਮ ਕੀਤਾ ਹੁੰਦਾ, ਤੁਸੀਂ ਇਹਨੂੰ ਕਹੋ ਕਿ ਵੀ ਏਦਾਂ ਕਰ ਲਾ, ਉਹ ਮੰਨਦਾ ਹੀ ਨਹੀਂ। ਨਿਤ ਦਾ ਹੀ ਕੰਮ ਹੈ ਉਹਦਾ। ਇਹ ਚੀਜ਼ ਨੂੰ ਉਹ ਸਸਟੇਨ ਕਰਕੇ ਬੈਠਾ ਹੈ। ਉਹ ਕੁਝ ਵੀ ਕਹਿ ਲਓ, ਕੋਈ ਔਗਣ ਕਹਿ ਲਓ, ਕੋਈ ਭੋਗ ਕਹਿ ਲਓ, ਇਹਨੂੰ ਕਹਿ ਨਹੀਂ ਦੇਈਦਾ ਯਾਰ ਇਹਦਾ ਤਾਂ ਨਿਤ ਦਾ ਹੀ ਕੰਮ ਹੈ, ਰੋਜ਼ ਮੰਗਣਾ ਆ ਜਾਂਦਾ ਕੋਈ ਚੀਜ਼, ਪੈਸੇ ਮੰਗ ਲਓ, ਨਸ਼ਾ ਕਰਨ ਵਾਲਾ ਏਦਾਂ ਹੀ ਕਰਦਾ, ਨਿਤ ਦਾ ਹੀ ਕੰਮ ਹੈ, ਰੋਜ਼ ਦਾ ਹੀ ਕੰਮ। ਸੋ ਇਹ ਗੱਲਾਂ ਬਾਤਾਂ ਲਿਖੀਆਂ ਨੇ ਬਾਣੀ ਚੋਂ। ਕਹਿੰਦੇ ਮਨ ਜਿਹੜਾ ਅਤ ਲੋਭੀ ਹੈ। ਲੋਭ ਦਾ ਮਤਲਬ ਹੁੰਦਾ ਹੈ ਕਿ ਇਹ ਸੰਸਾਰ ਦੇ ਵੱਲ ਭੱਜਿਆ ਹੀ ਫਿਰਦਾ, ਪਦਾਰਥਾਂ ਦੇ ਵੱਲ ਭੱਜਿਆ। ਕਿਉਂ ਭੱਜਿਆ ਫਿਰਦਾ? ਕਿਉਂਕਿ ਸੁਰਤੀ ਜਿਹੜੀ ਹੈ ਉਹ ਮਾਇਆ ਬਾਹਰ ਨੂੰ ਖਿੱਚਦੀ ਹੈ। ਸੰਸਾਰ ਦੇ ਵਿੱਚ ਤੁਹਾਡੀ ਜੇਕਰ ਸੁਰਤੀ ਜਾਂਦੀ ਹੈ, ਤੁਸੀਂ ਮਾਇਆ ਦੇ ਵਿੱਚ ਜੁੜੇ ਜੋ। ਤੇ ਭਗਤੀ ਕੀ ਕਰਦੀ ਹੈ? ਭਗਤੀ ਤੁਹਾਨੂੰ ਆਤਮਾ 'ਚ ਖਿੱਚ ਕੇ ਖਾਣੋਂ ਫਿਰਦੀ ਹੈ, ਆਤਮਾ 'ਚ ਤੁਹਾਨੂੰ ਲੈ ਕੇ ਜਾਣਾ ਚਾਹੁੰਦੀ। ਤੁਹਾਡੀ ਸੁਰਤੀ ਨੂੰ ਅੰਦਰ ਨੂੰ ਖਿੱਚਦੀ ਹੈ, ਸੰਸਾਰ ਜਿਹੜਾ ਹੈ ਬਾਹਰ ਨੂੰ ਖਿੱਚਦਾ ਹੈ। ਕਿਉਂ ਖਿੱਚਦਾ ਹੈ? ਕਿਉਂਕਿ ਸੰਸਾਰ ਬਹੁਤ ਪਾਵਰਫੁਲ। ਇੰਦਰੀਆਂ ਦਾ ਵਿਸ਼ਾ ਸੰਸਾਰ ਹੈ, ਆਤਮਾ ਜਿਹੜਾ ਵਾ ਉਹ ਇੰਦਰੀਆਂ ਦਾ ਵਿਸ਼ਾ ਨਹੀਂ ਹੈ, ਉਹ ਤੁਹਾਡੀ ਸੁਰਤੀ ਦਾ ਵਿਸ਼ਾ। ਫਿਰ ਆਤਮਾ ਦੇ ਅੱਗੇ ਪਰਮਾਤਮਾ ਪਿੱਛੇ ਬੈਠਾ ਹੈ, ਪਰਮਾਤਮਾ ਸਰਵ ਵਿਆਪੀ। ਹੁਣ ਇਹ ਜਿਹੜਾ ਵਿਸ਼ਾ ਹੈ ਇਹ ਫਿਰ ਬਿਲਕੁਲ ਹੀ ਇੱਥੇ ਫਿਰ ਇਹ ਜਿਹੜੀਆਂ ਇੰਦਰੀਆਂ ਤੁਹਾਡੇ ਕੰਮ ਨਹੀਂ ਆਉਣਗੀਆਂ। ਇਹ ਜਿਹੜੀਆਂ ਇੰਦਰੀਆਂ ਜਿੱਥੇ ਸੁੱਖ ਪ੍ਰਾਪਤ ਕਰ ਰਹੀਆਂ ਵਾ, ਉਹ ਸਮਝ ਲਓ ਕਿ ਭੋਗ ਹੈਗਾ, ਉਹ ਕਿਸੇ ਰੂਪ 'ਚ ਵੀ ਕਹਿ ਲਓ। ਆਤਮਾ ਦੇ ਵਿੱਚ ਸੁੱਖ ਹੈ, ਸੁੱਖ ਬਾਹਰ ਨਹੀਂ ਹੈਗਾ। ਤੇ ਇਹ ਲੋਭ ਦੇ ਵਿੱਚ ਅਸੀਂ ਇਹਦਾ ਕਾਰਨ ਆ ਕਿ ਸਾਡੀ ਜਿਹੜੀ ਗਤੀ ਆ ਉਹ ਬਾਹਰ ਨੂੰ ਆ। ਫਿਰ ਉਹ ਕਹਿੰਦੇ ਆ ਮਾਇਆ ਮਨਸਾ ਮੋਹਣੀ ਦਹਿ ਦਿਸ ਫਿਰਾਤਾ। ਇਹ ਮਾਇਆ ਏਦਾਂ ਦਾ ਇਹਨੂੰ ਮੋਹ ਪਾ ਕੇ ਬੈਠੀ ਹੈ, ਦਸਾਂ ਦਿਸ਼ਾਵਾਂ ਦੇ ਵੱਲ ਭੱਜ ਰਿਹਾ। ਵੈਸੇ ਆਪਾਂ ਨੂੰ 4 ਦਿਸ਼ਾਵਾਂ ਦਾ ਪਤਾ ਹੈ,
ਗੁਰਬਾਣੀ ਕਹਿੰਦੀ 10 ਦਿਸ਼ਾਵਾਂ ਦੇ ਵੱਲ ਭਟਕ ਰਿਹਾ ਇਹ ਮਨ। ਕਿਉਂ? ਇਹਨੂੰ ਮਾਇਆ ਨੇ ਮੋਹ ਲਿਆ। ਇਸ ਕਰਕੇ ਇਹ 5 ਤੱਤਾਂ ਤੋਂ ਤੇ ਸਾਡਾ ਨਿਰਮਾਣ ਹੋਇਆ। ਹੁਣ ਇਹ 5 ਤੱਤ ਜਿਹੜੇ ਨੇ ਇਹਨਾਂ ਦੇ ਔਗਣ ਰੂਪ ਚ ਸਾਡੇ ਅੰਦਰ ਪ੍ਰਗਟ ਹੋ ਗਏ ਨਾ, ਉਹ ਸਾਨੂੰ ਖਿੱਚੀ ਫਿਰਦੇ ਨੇ। ਹੁਣ ਇੱਥੇ ਕੋਈ ਸੰਤ ਹੀ ਹੈ ਜਿਹੜਾ ਆਪਣੇ ਆਪ ਨੂੰ ਰੋਕ ਲਏਗਾ, ਅਦਰਵਾਈਜ਼ ਜ਼ਿਆਦਾਤਰ ਜਿਹੜੇ ਆ ਪੂਰਾਂ ਦੇ ਪੂਰੇ ਡੁੱਬਦੇ ਨੇ। ਹੁਣ ਅਗਲੇ ਬੰਨੇ ਕਹਿ ਰਹੇ ਨੇ ਕਿ ਅੱਗੇ ਨਾਉ ਜਾਤ ਨਾ ਜਾਈਸੀ ਮਨ ਮੁਖ ਦੁੱਖ ਖਾਤਾ। ਹੁਣ ਦੇਖੋ ਅੱਗੇ ਨਾ ਤੁਹਾਡੀ ਜਾਤ ਜਾਣੀ ਹੈ ਵੀ। ਵੇਖੋ ਜੇ ਤੁਸੀਂ ਇਸ ਸੰਸਾਰ ਤੋਂ ਜਾਵੋਗੇ ਤੇ ਉੱਥੇ ਜਾਤ ਜੂਤ ਕੋਈ ਨਹੀਂ ਪੁੱਛਦਾ ਭਾਈ ਤੁਸੀਂ ਕੌਣ ਜੋ, ਤੁਸੀਂ ਹਿੰਦੂ ਜੋ, ਸਿੱਖ ਜੋ, ਮੁਸਲਮਾਨ ਜੋ, ਈਸਾਈ ਹੋ। ਇਹ ਜਾਤਾਂ ਜੂਤਾਂ ਜਿਹੜੀਆਂ ਬੰਦੇ ਨੇ ਬਣਾਈਆਂ ਨੇ, ਰੱਬ ਨੇ ਕੋਈ ਜਾਤ ਜੂਤ ਨਹੀਂ ਬਣਾਈ। ਤੇ ਆਪਾਂ ਕਿਉਂਕਿ ਇੱਕ ਸੁਭਾਅ ਤੋਂ ਮਜਬੂਰ ਆ ਤੇ ਫਿਰ ਏਦਾਂ ਦੀਆਂ ਜਾਤਾਂ ਬਣਾ ਕੇ ਲੋਕਾਂ ਦਾ ਸ਼ੋਸ਼ਣ ਕੀਤਾ, ਆਪਾਂ ਨੂੰ ਲੋਕਾਂ ਨੂੰ ਪਰੇਸ਼ਾਨ ਕੀਤਾ। ਇਹ ਤੇ ਕਿੱਤੇ ਨੇ, ਜਾਤ ਜੂਤ ਨਹੀਂ ਹੈਗੀ। ਫਿਰ ਕਹਿੰਦੇ ਕਿ ਜਿਹੜੀ ਜਾਤ ਦਾ ਤੈਨੂੰ ਮਾਣ ਆ ਇਹ ਮਨਮੁਖੀ ਹੈ ਬੰਦੇ ਦਾ ਕੰਮ, ਫਿਰ ਤੈਨੂੰ ਦੁੱਖ ਹੀ ਮਿਲੇਗਾ। ਤੇ ਜੇ ਤੇਰੇ ਮਨ ਚ ਹੈਗਾ ਕਿ ਤੂੰ ਆਪਣੇ ਨੂੰ ਬੜਾ ਵੱਡਾ ਸਮਝਦਾ, ਵੱਡਾ ਤੇ ਉਹ ਆ ਉਹਦੀ ਸੋਭਾ ਹੋਣੀ ਹੈ ਜਿਹੜਾ ਭਗਤੀ ਕਰਦਾ। ਜਿਹਦੀ ਜਾਤ ਜੂਤ ਉੱਚੀ ਨੀਵੀਂ ਉਹਦੇ ਨਾਲ ਕੋਈ ਫਰਕ ਨਹੀਂ। ਫਿਰ ਅਗਲੇ ਬੰਨੇ ਕਹਿ ਰਹੇ ਨੇ ਰਸਨਾ ਹਰ ਰਸ ਨਾ ਚਾਖਿਓ ਫੀਕਾ ਗੁਲਾਤਾ। ਤੇ ਕੀ ਕਹਿੰਦੇ ਆ ਕਿ ਰਸਨਾ ਦੇ ਨਾਲ ਤੂੰ ਆਪਣੀ ਜ਼ੁਬਾਨ ਦੇ ਨਾਲ ਰੱਬ ਦਾ ਤੇ ਕੋਈ ਤੂੰ ਰਸ ਨਹੀਂ ਚੱਖਿਆ। ਰੱਬ ਕਿੱਦਾਂ ਦਾ ਸੀ, ਫਿੱਕਾ ਬੋਲੀ ਜਾਂਦਾ। ਫਿੱਕੇ ਦਾ ਮਤਲਬ ਇਹ ਹੈ ਕਿ ਜਿਹੜਾ ਤੁਸੀਂ ਨਹੀਂ ਜਾਣਦੇ ਤੁਸੀਂ ਬੋਲਦੇ, ਜਿਹੜਾ ਸਾਡਾ ਅਨੁਭਵ ਹੀ ਨਹੀਂ, ਕਿਸੇ ਦੇ ਬਾਰੇ ਸਟੇਟਮੈਂਟ ਦੇ ਦੇਣੀ, ਕੇਵਲ ਦੇਖ ਲਿਆ, ਕੇਵਲ ਸੁਣ ਲਿਆ, ਯਥਾਰਥ ਸੱਚ ਨੂੰ ਨਹੀਂ ਲੱਭਿਆ। ਤੇ ਬਾਣੀ ਵੀ ਕਹਿੰਦੀ ਫਿੱਕਾ ਬੋਲ ਨਾ ਬੋਲੀਏ ਤਨ ਮਨ ਫਿੱਕਾ ਹੋਵੇ। ਜੇ ਤੂੰ ਫਿੱਕਾ ਬੋਲ ਬੋਲੇਗਾ, ਮਾੜਾ ਸ਼ਬਦ ਬੋਲੇਗਾ, ਕਿਸੇ ਦੇ ਅੰਦਰ ਜਿਹੜੀ ਆਤਮਾ ਹੈ ਤੂੰ ਉਹਨੂੰ ਫਿੱਕਾ ਬੋਲ ਕੇ ਪਰੇਸ਼ਾਨ ਕਰੇਗਾ ਤੇ ਤੇਰਾ ਤਨ ਤੇ ਮਨ ਜਿਹੜੇ ਨਾ ਫਿੱਕਾ ਹੋ ਜਾਣਗੇ। ਦੇਖੋ ਬਾਣੀ ਕੀ ਕਹਿ ਰਹੀ ਹੈ ਕਿ ਇਕੱਲਾ ਫਿੱਕਾ ਬੋਲਣ ਦੇ ਨਾਲ ਦੋਵੇਂ ਚੀਜ਼ਾਂ ਤੇਰੀਆਂ ਖਰਾਬ ਹੋ ਜਾਣਗੀਆਂ, ਫਿੱਕੇ ਹੋ ਜਾਣਗੇ। ਇਸ ਕਰਕੇ ਫਿੱਕਾ ਬੋਲ ਨਹੀਂ ਬੋਲੀਦਾ, ਕਿਸੇ ਨੂੰ ਮਾੜਾ ਬੋਲ ਨਹੀਂ ਬੋਲੀਦਾ। ਇਸੇ ਲਈ ਕਹਿੰਦੇ ਨੇ ਪਹਿਲਾਂ ਤੋਲੋ ਤੇ ਫਿਰ ਬੋਲੋ। ਪਹਿਲਾਂ ਵਿਚਾਰ ਕਰੋ ਕਿ ਜਿਹੜਾ ਮੈਂ ਸ਼ਬਦ ਬੋਲਣ ਜਾ ਰਿਹਾ ਇਹ ਸੱਚੀ ਬੋਲਣਾ ਜ਼ਰੂਰੀ ਹੈ। ਤੇ ਵੈਸੇ ਕਿਰਪਾਨ ਦੀ ਜਿਹੜੀ ਕਹਿੰਦੇ ਕੱਟ ਲੱਗਿਆ ਹੋਵੇ ਜਾਂ ਸੱਟ ਲੱਗੀ ਹੋਵੇ, ਕਹਿੰਦੇ ਉਹ ਸਮੇਂ ਦੇ ਅਨੁਸਾਰ ਭਰ ਜਾਂਦੀ ਆ, ਪਰ ਜਿਹੜੇ ਫਿੱਕੇ ਬੋਲਾਂ ਦੇ ਜਿਹੜੀਆਂ ਕਿਰਪਾਨਾਂ ਬੰਦੇ ਦੀ ਨਾ ਅੰਦਰ ਵੱਜ ਜਾਂਦੀਆਂ ਨੇ, ਉਹਨਾਂ ਦੇ ਕੱਟ ਨਹੀਂ ਜੇ ਭਰਦੇ। ਨਾ ਤੁਸੀਂ ਇਹਨੂੰ ਰਿਪੇਅਰ ਕਰ ਸਕਦੇ। ਕੱਲ ਨੂੰ ਸੌਰੀ ਸਟੋਰੀ ਕਹਿ ਕੇ ਵੇਖ ਲਿਓ, ਉਹ ਮਸਲਾ ਨਹੀਂ ਜੋ ਸਹੀ ਹੋਣਾ। ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਉਹਨੂੰ ਬੋਲੋ ਹੀ ਨਾ। ਠੀਕ ਹੈ ਜੀ, ਕੋਸ਼ਿਸ਼ ਕਰਿਆ ਕਰੋ। ਤੇ ਅੱਜ ਦੀ ਵਿਚਾਰ ਇੱਥੇ ਹੀ ਸਮਾਪਤ ਹੋ ਗਈ। ਹਾਂਜੀ ਵੀਰ ਜੀ, ਉਹ ਲਾਸਟ ਤੁਕ ਰਹਿ ਗਈ, ਜਿੰਨਾ ਗੁਰਮੁਖ ਅੰਮ੍ਰਿਤ ਚਾਖਿਆ ਸੇ ਜਨ ਤ੍ਰਿਪਤਾਤਾ। ਠੀਕ ਹੈ ਜੀ। ਆਪ ਜੀ ਨੂੰ ਪਹਿਲਾਂ ਵੀ ਕਿਹਾ ਸੀ ਕਿ ਜਿਨ੍ਹਾਂ ਨੇ ਆਤਮਾ ਨੂੰ ਚੱਖ ਲਿਆ, ਜਿਨ੍ਹਾਂ ਨੇ ਆਤਮਾ ਨੂੰ ਅਨੁਭਵ ਕਰ ਲਿਆ, ਉਹ ਤ੍ਰਿਪਤੀ ਹੋ ਜਾਣੀ ਅੰਦਰ ਰਾਜੇ ਜਨਕ ਵਾਂਗੂ। ਫਿਰ ਕੋਈ ਇੱਛਾ ਥੋੜੀ ਰਹਿ ਜਾਂਦੀ ਹੈ। ਆਹ ਜਿਹੜਾ ਪਰਮਨ ਹੈ ਨਾ, ਜਿਹੜਾ ਆੜਾ ਮਨ ਹੈ, ਇਹ ਲੋਭ ਦੇ ਨਾਲ ਰੱਤਿਆ ਹੈ, ਦਿਨ ਰਾਤ ਭੱਜਿਆ ਫਿਰਦਾ ਹੈ, ਉਹ ਸਭ ਸ਼ਾਂਤ ਹੋ ਜਾਏਗਾ। ਕਿਉਂਕਿ ਆਤਮਾ ਦੀ ਤੇ ਖੋਜ ਇਹਦੀ ਮਨ ਦੀ, ਹੋਰ ਮਨ ਦੀ ਖੋਜ ਕਰਦੀ ਹੈ। ਆਤਮਾ ਨੂੰ ਲੱਭਦਾ ਫਿਰਦਾ। ਤੁਹਾਡੇ ਥੱਲੇ ਜਿਹੜੀਆਂ ਨਲਾਂ ਵਾ ਉੱਥੇ ਪ੍ਰਕਿਰਤੀ ਆ, ਉੱਪਰ ਪਰਮਾਤਮਾ ਹੈ। ਜ਼ਿਆਦਾ ਤੋਂ ਜ਼ਿਆਦਾ ਜਿਹੜਾ ਬੰਦੇ ਦਾ ਜੀਵਨ ਹੈ ਉਹ ਕਾਮ ਦੇ ਵਿੱਚ ਬਤੀਤ ਹੁੰਦਾ ਹੈ। ਤੁਸੀਂ ਵੇਖੋ ਕਿੰਨੀ % ਜਿਹੜੀ ਦੁਨੀਆ ਇਸ ਕਾਮ ਦੇ ਵਿੱਚ ਡੁੱਬੀ ਪਈ। ਉਸੇ ਲਈ ਉਹ ਇੰਦਰੀ ਦੇ ਵਿੱਚ ਹੀ ਬੈਠੇ ਰਹਿੰਦੇ। ਫਿਰ ਕੋਈ ਥੋੜਾ ਉੱਠਿਆ, ਨਾਭੀ ਚੱਕਰ ਤੱਕ ਆ ਗਿਆ, ਸੰਸਾਰ ਦੇ ਵਿੱਚ ਪਦਾਰਥਾਂ ਦੀ ਪ੍ਰਾਪਤੀ ਕਰਦਾ, ਫਿਰ ਹਿਰਦੇ ਚੱਕਰ ਤੱਕ ਚੱਲ ਗਿਆ, ਪਿਆਰ ਦੇ ਵਿੱਚ ਆ ਜਾਏਗਾ, ਮੋਹ ਚ ਆ ਜਾਏਗਾ, ਫਿਰ ਗਲੇ ਚ ਆ ਜਾਏਗਾ। ਜ਼ਿਆਦਾ ਲੋਕ ਜਿਹੜੇ ਗਲੇ ਚ ਬੈਠੇ ਨੇ, ਉੱਥੇ ਗਿਆਨ, ਉੱਥੇ ਜਿਹੜਾ ਵਾ ਬੁੱਧੀ ਮੰਡਲ ਹੈਗਾ। ਆਗਿਆ ਚੱਕਰ ਤੁਹਾਡੀ ਤ੍ਰਿਕੋਟੀ ਹੈ। ਤ੍ਰਿਕੋਟੀ ਜਿਹੜੀ ਹੈ ਨਾ, ਤ੍ਰਿਕੋਟੀ, 3 ਜਿਹੜੇ ਰਜੋ ਤਮੋ ਸਤੋ 3 ਤ੍ਰਿਕੋਟੀ ਤੋਂ ਤੁਸੀਂ ਸੁੱਟ ਜਾਣਾ ਹੈ ਜਦੋਂ ਤੁਸੀਂ ਆਗਿਆ ਚੱਕਰ ਚ ਆ। ਆਗਿਆ ਚੱਕਰ ਦੇ ਵਿੱਚ ਤੁਸੀਂ ਇੰਨੇ ਪਾਵਰਫੁਲ ਹੋ ਜਾਂਦੇ ਜੋ ਤੁਸੀਂ ਆਪਣੇ ਮਨ ਨੂੰ ਕਮਾਂਡ ਕਰ ਸਕਦੇ। ਜਿੱਦਾਂ ਘੋੜੇ ਦੇ ਮੂੰਹ ਚ ਲਗਾਮ ਪਾ ਦਈਦੀ ਹੈ ਨਾ, ਇਸੇ ਹੀ ਤਰ੍ਹਾਂ ਜਿਹੜਾ ਘੋੜਾ ਹੈ, ਜਿਹੜਾ ਇੰਦਰੀਆਂ ਦਾ ਕੰਟਰੋਲਰ ਹੈ, ਉਹਦੀ ਲਗਾਮ ਤੁਹਾਡੇ ਹੱਥਾਂ ਚ ਆ ਜਾਏ।
ਫਿਰ ਹਾਲ ਤੇ ਸਾਨੂੰ ਇਹ ਨੱਪੀ ਫਿਰਦਾ ਹੈ, ਫਿਰ ਆਪਾਂ ਤੇ ਕੰਟਰੋਲ ਕਰਾਂ। ਫਿਰ ਜਦੋਂ ਘੋੜਾ ਦੇਖੋ ਉੱਤੇ ਉਹਨੂੰ ਸਹੀ ਤਰ੍ਹਾਂ ਟੀਚਿੰਗ ਉਹਦੀ ਟ੍ਰੇਨਿੰਗ ਹੋ ਜਾਂਦੀ ਹੈ, ਫਿਰ ਉਹ ਤੋਂ ਕੰਮ ਕਰਾਓ। ਇਸੇ ਹੀ ਤਰ੍ਹਾਂ ਜਬ ਇਹ ਮਨ ਹੈ ਜਿਹੜਾ ਨਾ, ਮਨ ਮਾਨਾ ਤੋਂ ਹਰ ਜਾਣਾ, ਮਨ ਨੂੰ ਮਨਾਉਣਾ ਪੈਣਾ। ਔਰ ਮਨ ਨੂੰ ਮਨਾਉਣ ਦਾ ਇੱਕੋ ਤਰੀਕਾ ਹੈ, ਤੁਸੀਂ ਬੰਦਗੀ ਤੇ ਕਰਨੀ ਆ, ਸੰਗਤ ਵੀ ਕਰਨੀ। ਸੰਗਤ ਉਹਨਾਂ ਮਨੁੱਖਾਂ ਦੀ ਕਰਨੀ ਆ ਜਿਹੜੇ ਆਤਮਾ ਨੂੰ ਜਾਣ। ਠੀਕ ਹੈ ਜੀ, ਫਿਰ ਆਟੋਮੈਟਿਕਲੀ ਤੁਹਾਡੇ ਜੀਵਨ ਚ ਉਚਾਈ ਆਵੇ। ਅੱਜ ਦੀ ਵਿਚਾਰ ਇੱਥੇ ਸਮਾਪਤ ਹੋ ਗਈ। ਹਾਂਜੀ ਵੀਰ ਜੀ, ਠੀਕ ਹੈ ਜੀ। ਹਾਂਜੀ ਵੀਰ ਜੀ, ਇੱਕ ਬੇਨਤੀ ਕਰਨੀ ਸੀ। ਹਾਂਜੀ ਬੋਲੋ ਜੀ। ਇੱਕ ਸ਼ੁਕਰਾਨੇ ਦੀ ਅਰਦਾਸ ਕਰਨੀ ਸੀ, ਬੇਟੇ ਨੂੰ ਗਵਰਨਮੈਂਟ ਜੌਬ ਮਿਲੀ ਹੈ। ਹਾਂ ਕਰ ਦਿੰਦੇ। ਸ਼ੁਕਰੀਆ। ਹਾਂਜੀ ਵੀਰ ਜੀ, ਬ੍ਰਦਰ ਦੀ ਵੀ ਅਰਦਾਸ ਕਰਨੀ ਹੈ। ਕਰ ਦਿੰਦੇ ਜੀ। ਹਾਂਜੀ ਠੀਕ ਹੈ ਵੀਰ ਜੀ। ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੇਰੇ ਪਿਤਾ ਗਰੀਬ ਨਵਾਜ ਮਿਹਰ ਕਰੋ। ਬਾਣੀ ਪੜ੍ਹਦੇ ਆਂ, ਵਿਚਾਰ ਕਰਦੇ ਆਂ, ਬਾਣੀ ਸਰਵਣ ਕਰਦੇ ਆਂ, ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਤੇ ਗਲਤੀਆਂ ਹੋ ਗਈਆਂ, ਨਿਦਾਨ ਬੱਚੇ ਸਮਝ ਕੇ ਨਹੀਂ ਮੇਰੇ ਮਾਲਿਕ। ਇਹ ਮੇਰੇ ਪਿਤਾ, ਅਸੀਂ ਆਪ ਜੀ ਦੇ ਬਹੁਤ ਧੰਨਵਾਦੀ ਹਾਂ। ਮੇਰੇ ਪਿਤਾ ਇੱਕ ਅਰਦਾਸ ਹੈ, ਸ਼ੁਕਰਾਨੇ ਦੀ ਅਰਦਾਸ ਹੈ। ਆਪ ਨੇ ਉਹਨਾਂ ਦੀ ਝੋਲੀ ਵਿੱਚ ਇੱਕ ਬੱਚੇ ਨੂੰ ਨੌਕਰੀ ਦਿੱਤੀ ਹੈ। ਉਹ ਪਰਿਵਾਰ ਮਾਤਾ ਉਹਨਾਂ ਦੀ ਅਰਦਾਸ ਕਰਵਾ ਰਹੇ, ਸ਼ੁਕਰ ਦੀ ਅਰਦਾਸ। ਫਿਰ ਇੱਕ ਅਰਦਾਸ ਭੈਣ ਦੀ ਅਰਦਾਸ ਹੈ। ਭੈਣ ਆਪਣੇ ਭਰਾ ਦੀ ਅਰਦਾਸ ਕਰਾਉਣਾ ਚਾਹੁੰਦੇ ਨੇ। ਉਹਨਾਂ ਦੇ ਭਰਾ ਨੂੰ ਕੋਈ ਮਾਨਸਿਕ ਪਰੇਸ਼ਾਨੀ ਹੈ, ਆਪ ਉਹਨਾਂ ਨੂੰ ਤੰਦਰੁਸਤੀ ਬਖਸ਼ੋ। ਜੋ ਵੀ ਉਹਨਾਂ ਦੇ ਮਾੜੇ ਕਰਮ ਨੇ ਉਹਨਾਂ ਨੂੰ ਕੱਟੋ ਤੇ ਉਹਨਾਂ ਨੂੰ ਇੱਕ ਸੋਝੀ ਬਖਸ਼ੋ, ਤਾਂ ਜੋ ਇੱਕ ਸਾਫ਼ ਸੁਥਰਾ ਆਪਣਾ ਜੀਵਨ ਬਤੀਤ ਕਰ ਸਕਣ। ਇੱਕ ਮੇਰੇ ਪਿਤਾ, ਇੱਕ ਪਿਤਾ ਆਪਣੀ ਬੱਚੀ ਦੀ ਅਰਦਾਸ ਕਰਾ ਰਹੇ ਨੇ। ਉਹ ਕਹਿੰਦੇ ਨੇ ਕਿ ਉਹਨਾਂ ਦੀ ਬੱਚੀ ਦਾ ਇਮਤਿਹਾਨ ਹੈ, ਆਪ ਮਿਹਰ ਕਰੋ, ਉਹਨਾਂ ਦੀ ਸ਼ੁਭ ਇੱਛਾਵਾਂ ਦੀ ਪੂਰਤੀ ਕਰੋ। ਇੱਕ ਮੇਰੇ ਪਿਤਾ ਜੀ ਇੱਕ ਸਾਧਕ ਨੇ, ਉਹ ਜਿਹੜੇ ਰਵੀ ਸਿੰਘ ਨੇ, ਉਹਨਾਂ ਦੀ ਤੰਦਰੁਸਤੀ ਦੇ ਲਈ ਅਰਦਾਸ ਕਰਾ ਰਹੇ। ਆਪ ਉਹਨਾਂ ਨੂੰ ਵੀ ਤੰਦਰੁਸਤੀ ਬਖਸ਼ੋ, ਤਾਂ ਜੋ ਸੇਵਾ ਦਾ ਕਾਰਜ ਇਸੇ ਤਰ੍ਹਾਂ ਜਾਰੀ ਰੱਖਣ। ਇਹ ਸਾਰੇ ਕਾਰਜ ਮੇਰੇ ਪਿਤਾ ਆਪ ਜਾਣੀ ਜਾਣ, ਜੋ ਆਪ ਨੇ ਹੀ ਨੇਪਰੇ ਜਾਣਨੇ ਨੇ। ਅਸੀਂ ਤੇ ਕੇਵਲ ਬਸ ਬੋਲ ਰਹੇ ਹਾਂ। ਮੇਰੇ ਪਿਤਾ ਆਪ ਜਾਣਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਵਾਹੇ ਗੁਰੂ ਵਾਹੇ ਗੁਰੂ। ਤਾਂ ਸੰਗਤ ਜੀ ਤੁਸੀਂ ਚੁੱਪ ਹੋ ਜਾਓ। ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ